का खालसा वाहिगुरु जी की फतेह। परम सन्मान योग सत्कार योग गुरु सवारी गुरु प्यारी गुरु का खास स्वरूप खालसा साध संगत जीओ। सतगुरां दी अत्यंत बख्शिश दे सदका ਸਰਬੱਤ ਮਾਈ ਭਾਈ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਲੈ ਕਰ ਸਤਿਗੁਰਾਂ ਦੀ ਅੰਮ੍ਰਿਤਮਈ ਗੁਰੂ ਬਾਣੀ ਪੜ੍ਹਦੇ ਸੁਣਦੇ ਦਰਸ਼ਨ ਦੀਦਾਰ ਕਰਦਿਆਂ ਹੋਇਆਂ ਗੁਰੂ ਗਰੀਬ ਨਵਾਜ ਦਾਤਾਰ ਪ੍ਰਭੂ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੋਦ ਦਾ ਆਨੰਦ ਮਾਣਦੇ ਹਾਂ। ਦਰਸ਼ਨ ਦੀਦਾਰ ਕਰਦੇ ਹੋਏ ਆ ਰਹੇ ਹਾਂ। ਗਰੀਬ ਨਵਾਜ ਦਾਤਾਰ ਪ੍ਰਭੂ ਪਾਤਸ਼ਾਹਾਂ ਦੇ ਸਿਰ ਉੱਪਰ ਪਾਤਸ਼ਾਹ ਜਿਹਨੂੰ ਆਪਾਂ ਸਾਹਿਬ ਦੇ ਬਚਨਾਂ ਨੂੰ ਪੜ੍ਹਦੇ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੈ ਸਾਹ, ਉਹ ਪ੍ਰਭੂ ਜੀ ਜਿਹੜੇ ਆ ਨਾ ਉਹਨਾਂ ਕੋਲ ਆਣ ਕੇ ਅਸੀਂ ਆਪਣੀ ਵੇਦਨਾ ਆਪਣੇ ਦੁੱਖੜੇ ਸੁਣਾਣੇ ਆ। ਫਿਰ ਸਤਿਗੁਰੂ ਸਾਡੇ ਤੇ ਤਰੁੱਠ ਕਰਕੇ ਨਾ ਸਾਨੂੰ ਧੁਰ ਦਰਗਾਹੀ ਉਪਦੇਸ਼ ਬਖਸ਼ਿਸ਼ ਕਰਦੇ ਨੇ ਤੇ ਜਦੋਂ ਗੁਰੂ ਕੋਲ ਆ ਜਾਂਦੇ ਆ ਨਾ ਉਦੋਂ ਗੁਰੂ ਐਸੀ ਦਵਾਈ ਦਿੰਦੇ ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ। ਜਿਸ ਤਰ੍ਹਾਂ ਪਹਿਲਾਂ ਛੋਟੇ ਛੋਟੇ ਡਾਕਟਰਾਂ ਤੋਂ ਨਾਰਮਲ ਦਵਾਈਆਂ ਕਿਸੇ ਮੈਡੀਕਲ ਤੋਂ ਲਈ ਜਾਈਦੀਆਂ ਤੇ ਉਹ ਰੋਗ ਲੋਟ ਨਹੀਂ ਆਉਂਦਾ। ਮੇਰੀ ਤਰ੍ਹਾਂ ਕਦੇ ਇੱਧਰੋਂ ਦਵਾਈ ਖਾ ਲਈ ਕਦੇ ਇੱਧਰੋਂ ਖਾ ਲਈ ਤੇ ਆਖਰਕਾਰ ਜਦੋਂ ਕਿਸੇ ਸਿਰੇ ਵਾਲੇ ਡਾਕਟਰ ਕੋਲ ਪਹੁੰਚ ਜਾਂਦੇ ਹੋ ਨਾ, ਸਾਡੀ ਪ੍ਰੋਬਲਮ ਸਾਰਿਆਂ ਦੀ ਇਹੀ ਹੈ, ਸੰਸਾਰੀਆਂ ਦੀ ਵੀ ਤੇ ਨਿਰੰਕਾਰੀਆਂ ਦੀ ਵੀ, ਰੱਬ ਦੇ ਰਾਹੀਆਂ ਦੀ ਵੀ, ਬਹੁਤ ਤਾਦ ਅੰਦਰ ਆ। ਪਹਿਲਾਂ ਨਾ ਛੋਟੇ ਛੋਟੇ ਡਾਕਟਰਾਂ ਕੋਲ ਜਾਂ ਦੁਕਾਨਾਂ ਤੋਂ ਲੈ ਕੇ ਗੋਲੀਆਂ ਖਾਂਦੇ ਰਹਿੰਦੇ, ਫਿਰ ਮੇਰੀ ਤਰ੍ਹਾਂ ਰੋਗ ਵਧਾ ਕੇ ਨਾਲੇ ਮਹੀਨਾ ਖੱਜਲ ਖੁਆਰ ਹੋ ਕੇ ਤੇ ਫਿਰ ਲੱਭਦੇ ਆ ਵੱਡਾ ਡਾਕਟਰ, ਫਿਰ ਉਹਨੇ ਨੂੰ ਰੋਗ ਵੱਧ ਜਾਂਦਾ ਹੈ। ਪਹਿਲਾਂ ਜਾਣਦੀ ਸਾਨੂੰ ਘੌਲ, ਸਾਨੂੰ ਬੇਸਮਝੀ, ਆਲਸ, ਹਲ ਇੱਥੋਂ ਗੋਲੀ ਲੈ ਲੈਨੇ ਕੀ ਆ, ਨਾਲੇ ਉਦੋਂ ਖਰਚਾ ਦੁੱਗਣਾ, ਪੰਧ ਦੁੱਗਣਾ, ਦੁੱਖ ਦੁੱਗਣਾ ਤੇ ਆਰਾਮ ਫਿਰ ਦੇਰੀ ਨਾਲ ਆਉਂਦਾ ਹੈ। ਮੈਂ ਤੁਹਾਨੂੰ ਕਿਉਂ ਕਹਾਂ, ਖੁਦ ਮੇਰੇ ਨਾਲ ਵੀ ਹੋਈ, ਤੁਸੀਂ ਦੇਖਦੇ ਹੀ ਰਹੇ ਕਿੰਨਾ ਚਿਰ ਹੋ ਗਿਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਦ ਬਾਣੀ ਨੂੰ ਪੜ੍ਹਦੇ ਨਾ ਤੇ ਬਾਹਰ ਦਾ ਸੰਸਾਰ ਦਾ ਐਗਜ਼ਾਮਪਲ ਬੜਾ ਕੰਮ ਕਰਦਾ ਹੈ। ਸਾਨੂੰ ਹੁੰਦਾ ਕੌਣ ਨਿਤਨੇਮ ਕਰੇ, ਕੌਣ ਗੁਰਦੁਆਰੇ ਤੜਕੇ ਉੱਠ ਕੇ ਜਾਵੇ, ਆ ਹੁਣ ਧੁੰਦ ਆਰੰਭ ਹੋ ਗਈ ਏ, ਕੌਣ ਉੱਠ ਕੇ ਨਹਾਵੇ ਠੰਡੇ, ਕੌਣ ਬਾਹਰ ਨਿਕਲੇ ਜੁੱਲੇ 'ਚ ਵਧੀਆ ਬੈਠੇ ਆ, ਕੌਣ ਜਾ ਕੇ ਰਬ ਰਬ ਕਰੇ। ਇਹਨਾਂ ਲੋਕਾਂ ਨੂੰ ਚੱਲਣਾ ਹੈ, ਕੋਈ ਨੇ ਇੱਥੇ ਹੀ ਬਾਬੇ ਦੇ ਤੁਰੇ ਜਾਂਦੇ ਕਿਸੇ ਦੇ ਮੱਥਾ ਟੇਕ ਲਾਂਗੇ, ਉਹ ਵੀ ਤਾਂ ਰੱਬ ਨਾਲ ਹੀ ਜੁੜੇ ਹੈ ਨਾ, ਕੋਈ ਗੱਲ ਨਹੀਂ, ਪਰ ਰੱਬ ਹੈ ਨਹੀਂ। ਉਹ ਛੋਟਿਆਂ ਛੋਟਿਆਂ ਦੇ ਕੋਲੋਂ ਸਾਡੇ ਰੋਗ ਦੁੱਖ ਵੱਧਦੇ ਜਾਂਦੇ ਵੱਧਦੇ ਜਾਂਦੇ ਵੱਧਦੇ ਜਾਂਦੇ, ਜਦੋਂ ਸਾਰੇ ਦਰ ਮੁੱਕ ਜਾਂਦੇ ਆ ਨਾ ਫਿਰ ਇਸ ਦਰ ਤੇ ਆਉਣੇ ਆ। ਫਿਰ ਆਉਂਦੇ ਹੀ ਕਹਿੰਦੇ ਦਵਾ ਦਵਾ ਇਹੋ ਜਿਹਾ ਟੀਕਾ ਲੱਗੇ ਵੀ ਮੇਰੀ ਤਰ੍ਹਾਂ ਵੀ ਦਵਾ ਦਾ ਵੀ ਸਾਰਾ ਰੋਗ ਜਿਹਾ ਨਾ ਕਿਰ ਖੰਡਨ ਹੋ ਜਾਏ। ਹੁਣ ਉਹਦਾ ਵੀ ਕੋਈ ਕੋਰਸ ਹੈ, ਉਹਦੀ ਵੀ ਕੋਈ ਪਰੰਪਰਾ ਹੈ, ਉਹਦਾ ਵੀ ਕੋਈ ਸਮੇਂ ਦਾ ਗੇੜ ਹੈ ਵੀ ਇੰਨੇ ਸਮੇਂ ਦੇ ਵਿੱਚ ਐਸਤਾ ਐਸਤਾ ਹੋਊਗਾ, ਹੋ ਜਾਂਦਾ ਹੈ। ਮਹਾਰਾਜ ਕੋਲ ਆਉਣੇ ਹੋ, ਭਰੋਸਾ ਰੱਖਿਆ ਕਰੋ। ਪਹਿਲਾਂ ਹੀ ਵੱਡੇ ਡਾਕਟਰ ਦੇ ਕੋਲ ਆਇਆ ਕਰੋ, ਜਿਹਨੂੰ ਮੇਰੇ ਦਾਤਾ ਕਹਿੰਦੇ ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਛੋਟੇ ਛੋਟਿਆਂ ਕੋਲ ਨਾ ਫਿਰਦੇ ਰਿਹਾ ਕਰੀਏ, ਇਹਦੇ ਕੋਲ ਆਉਣੇ, ਫਿਰ ਇਹ ਦਵਾਈ ਦਿੰਦਾ ਨਾਮ ਦਾਰੂ।
ਸੰਸਾਰ ਰੋਗੀ, ਨਾਮ दारू ਮੈਲ ਲਾਗੈ ਸੱਚ ਬਿਨਾ। ਖੈਰ ਲੜੀ ਵਰ ਕਥਾ ਕਰਨੀ, ਮੈਂ ਜ਼ਿਆਦਾ ਐਸੇ ਖੁਲਾਸੇ ਵੱਲੇ ਨਾ ਪਾ। ਉਹ ਗੁਰੂ ਸਾਨੂੰ ਬਚਨਾਂ ਦੀ ਧੁਰ ਦਰਗਾਹੀ ਬਚਨਾਂ ਦੀ ਦਵਾਈ ਦਿੰਦਾ, ਨਾਮ दारू ਦਿੰਦਾ। ਇਹ ਜਿਹੜਾ दारू ਆ ਨਾ, ਜਿਹੜਾ ਗੁਰੂ ਦਿੰਦਾ, ਇਹ ਇਸ ਲੋਕ ਵਿੱਚ ਵੀ ਕੰਮ ਕਰਦਾ ਹੈ ਤੇ ਪਰਲੋਕ ਵਿੱਚ ਵੀ। ਡਾਕਟਰ ਵੈਦ ਹਕੀਮ ਦਵਾਈ ਦੇਵੇਗਾ, ਉਹ ਕੇਵਲ ਤਨ ਤੱਕ ਸੀਮਤ ਰਹਿ ਜਾਏਗੀ, ਮਨ ਦਾ ਕੋਈ ਹਾਲ ਨਹੀਂ ਬਦਲਦੀ। ਗੁਰੂ ਦਾ ਦਿੱਤਾ ਹੋਇਆ दारू, ਗੁਰੂ ਦਾ ਦਿੱਤਾ ਹੋਇਆ ਨਾਮ, ਉਹ ਲੋਕ ਵਿੱਚ ਵੀ ਤਨ ਨੂੰ ਵੀ ਜੈ ਜੈਕਾਰ ਕਰਾ ਦਿੰਦਾ ਜੇ ਸੱਜਣੋ, ਤੇ ਮਨ ਦੀ ਵੀ ਜੈ ਜੈਕਾਰ ਕਰਾ ਦਿੰਦਾ ਜੇ, ਮਿਲਾ ਦਿੰਦਾ ਜੇ ਮਾਲਕ ਨਾਲ। ਮਹਾਰਾਜ ਫਿਰ ਉਹ ਸਾਨੂੰ ਦਵਾਈ ਦਿੰਦੇ ਨੇ ਤੇ ਉਹਨਾਂ ਬਚਨਾਂ ਦੀ ਚੱਲਦੀ ਆ ਰਹੀ ਲੜੀਵਾਰ ਕਥਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਤੁਰਕੀ ਬਾਣੀ ਦੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 1384 ਅੰਗ ਦੇ ਉੱਪਰ ਸਾਹਿਬ ਬਾਬਾ ਸ਼ੇਖ ਫਰੀਦ ਜੀ ਮਹਾਰਾਜ, ਤਿੰਨਾਂ ਦੇ ਜੀਵਨ ਦੇ ਤਜਰਬੇ ਵਿੱਚੋਂ ਤਿੰਨਾਂ ਨੇ ਸੁਰਤ ਜੋੜ ਕੇ ਮੇਲ ਮਿਲਾਪ ਕਰਕੇ ਦਾਤੇ ਦੇ ਬਚਨ ਜਿਹੜੇ ਦਾਤੇ ਨੇ ਦਵਾਈ ਰੂਪ ਦਿੱਤੇ ਕਿ ਸੰਸਾਰ ਦਾ ਰੋਗ ਖੰਡਿਤ ਕਿਵੇਂ ਹੋਣਾ ਹੈ, ਸੰਸਾਰ ਨੂੰ ਸੁੱਖ ਕਿਵੇਂ ਮਿਲਣਾ ਹੈ, ਆਤਮਿਕ ਗਿਆਨ ਕਿਵੇਂ ਮਿਲਣਾ ਹੈ, ਅੰਦਰ ਦਾ ਹੁਲਾਰਾ ਸ਼ਾਂਤੀ ਕਿਵੇਂ ਮਿਲਣੀ। ਜੋ ਬਚਨ ਕਹੇ ਸਾਹਿਬ ਬਾਬਾ ਫਰੀਦ ਜੀ ਨੇ ਆਪਣੇ ਸ਼ਲੋਕਾਂ ਅੰਦਰ ਸਾਨੂੰ ਸੰਸਾਰੀਆਂ ਨੂੰ ਸਮਝਾਉਣ ਵਾਸਤੇ ਉਹ ਪੱਕੇ ਤੌਰ ਤੇ ਗੁੰਥੜ ਕਰ ਦਿੱਤੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਸੁਭਾਈਮਾਨ ਕਰ ਦਿੱਤੇ। ਸਾਹਿਬ ਬਾਬਾ ਫਰੀਦ ਜੀ ਬਚਨ ਕਰਦੇ ਨੇ, ਕਹਿ ਲਗੇ ਭਲਿਆ ਸੰਸਾਰ ਵਿੱਚ ਆਇਆ, ਸਤਿਗੁਰਾਂ ਨੇ ਕਿਹਾ ਸੀ ਤਨੂਰ ਦੀ ਤਰ੍ਹਾਂ ਤਨ ਨਾ ਤਪਾ। ਐਵੇਂ ਪੁੱਠਾ ਲਟਕ ਗਿਆ, ਧੂਣੀਆਂ ਤਾਪ ਲੀਆਂ, ਦੁੱਖ ਝੱਲ ਲਏ, ਉਧਰ ਨੂੰ ਹੋਇਆ। ਕੋਈ ਬੰਦਾ ਇਹਨੂੰ ਸਮਝਣ ਵਾਸਤੇ, ਕੋਈ ਬੰਦਾ ਸਿਆਣਪ ਆਪਣੀ ਵਰਤੇ ਤੇ ਕਿਤੇ ਉਹਨੂੰ ਸੱਪ ਫੇਰਦਾ ਦਿਖ ਜੇ ਤੇ ਉਹ ਵੜ ਜਾਵੇ ਖੱਡ ਦੇ ਅੰਦਰ। ਤੇ ਕੋਈ ਸੱਜਣ ਕਹੇ ਬਈ ਮੈਂ ਬੜਾ ਸਿਆਣਾ, ਉਹ ਬਾਹਰੋਂ ਖੱਡ ਨੂੰ ਚੰਗਾ ਕੁੱਟੇ, ਚੰਗੀ ਧੰਬੜੀ ਲਾਏ, ਖੱਡ ਦੇ ਉੱਪਰ ਅੱਗ ਲਾ ਦੇਵੇ, ਬਈ ਹੁਣ ਪਤਾ ਲੱਗੂਗਾ ਸੱਪ ਨੂੰ, ਸੱਪ ਤਾਂ ਅੰਦਰ ਬੈਠਾ, ਖੱਡ ਹੀ ਆ ਨਾ ਬਾਹਰੋਂ ਕੁੱਟੀ ਜਾਣੀ, ਖੱਡ ਹੀ ਆ ਨਾ ਬਾਹਰੋਂ ਸਾੜੀ ਜਾਣੀ। ਤੇ ਜਿਹੜੇ ਆਪਾਂ ਵੇਖਣ ਵਾਲੇ ਹੱਸਾਂਗੇ ਉਹਦੇ ਤੇ, ਬਈ ਇਹ ਕਿੰਨਾ ਕੁ ਸਿਆਣਾ, ਸੱਪ ਤਾਂ ਅੰਦਰ ਬੈਠਾ ਹੈ। ਧੰਨ ਗੁਰੂ ਨਾਨਕ ਨਿਰੰਕਾਰੀ ਸਾਹਿਬ ਦੇ ਜੋਤ ਨੇ 10 ਜਾਮੇ ਧਾਰੇ, ਸਿੱਖਾਂ ਨੇ, ਭੱਟਾਂ ਨੇ, ਭਗਤਾਂ ਨੇ ਔਰ ਰਿਸ਼ੀ ਵਰ ਜਿਹੜੇ ਰੱਬ ਨਾਲ ਮਿਲੇ ਸਨ, ਉਹਨਾਂ ਕਿਹਾ ਦੁਨੀਆ ਦੇ ਲੋਕੋ ਖੁੱਡ ਕੁੱਟਣ ਦਾ ਕੋਈ ਫਾਇਦਾ ਨਹੀਂ ਜੇ, ਤਨ ਕੁੱਟਣ ਦਾ ਕੋਈ ਫਾਇਦਾ ਨਹੀਂ ਜੇ, ਤਨ ਨੂੰ ਜਲ ਵਿੱਚ ਡੁਬੋਣ ਦਾ ਕੋਈ ਫਾਇਦਾ ਨਹੀਂ ਜੇ, ਕਿ ਖੜੇ ਰਹਿੰਦੇ ਹੋ ਜਲ ਧਾਰੇ ਕਰਦੇ ਹੋ, ਇਹਦੇ ਉੱਤੇ ਅੱਗ ਬਾਲ ਬਾਲ ਦਾਲੇ ਦਾਲੇ ਧੂਣੀਆਂ ਸੇਕਣ ਦਾ, ਤਪਾਉਣ ਦਾ ਕੋਈ ਫਾਇਦਾ ਨਹੀਂ ਜੇ। ਸੱਜਣੋ ਅੰਦਰ ਬੈਠਾ ਤਾਂ ਅੰਦਰ ਵੜ ਕੇ ਮਾਣਿਆ, ਮਨ ਨੂੰ ਸੁਧਾਰੋ। ਮਨ ਬਾਹਰ ਦੀ ਅੱਗ ਨਾਲ ਨਹੀਂ ਸੁਧਰਨਾ, ਮਨ ਬਾਹਰ ਜਲ ਧਾਰੇ ਕੀਤਿਆਂ ਨਹੀਂ ਪਵਿੱਤਰ ਹੋਣਾ। ਮਨ ਹੋਣਾ ਹੈ ਜਪਿਆ ਸਤਨਾਮ ਵਾਹਿਗੁਰੂ। ਤਨ ਨੂੰ ਤਪਾਉਣ ਵਾਲਿਆ, ਇਹਦੇ ਨਾਲ ਅੱਗ ਆ, ਇਹਦੇ ਨਾਲ ਤੈਨੂੰ ਸਕੂਨ ਕਿੱਥੇ ਮਿਲੇਗਾ, ਇਹਦੇ ਨਾਲ ਸ਼ਾਂਤੀ ਅੱਜ ਤੱਕ ਕਿਸੇ ਨੂੰ ਮਿਲੀ ਆ? ਮਹਾਰਾਜ ਸਾਹਿਬ ਕਹਿੰਦੇ ਹੁਣ ਅੱਗ ਕੀ ਬਾਹਰੋਂ ਤਪਾਉਣਾ, ਜੇ ਉਹ ਤੇਰੇ ਅੰਦਰ ਉਵੇਂ ਹੀ ਧੂਣੀ ਧੁੱਖ ਪਵੇ ਮੱਚ ਜਾਵੇ ਤੇ ਧੁੱਖਦੀ ਆ। ਫਿਰ ਈਰਖਾ, ਦਵੈਸ਼, ਤ੍ਰਿਸ਼ਨਾ ਆਸਾ ਧੁੱਖਦੀਆਂ ਨੇ। ਕਹਿੰਦੇ ਇਹਨੂੰ ਤਾਂ ਬੁਝਾ, ਮਟਾ। ਤੇਰੇ ਅੰਦਰ ਜਿਹੜੀ ਅੱਗ ਆ ਨਾ, ਆ ਜਿਹੜੀ ਇਹ 4 ਨਦੀਆਂ ਅੱਗ ਨੇ, ਔਰ ਉਹ ਚਾਰੇ ਨਦੀਆਂ ਜਿਹੜੀਆਂ ਨੇ ਕਾਮ ਕ੍ਰੋਧ ਆਦਿ ਜਿਹੜੀਆਂ ਚਾਰੇ ਨਦੀਆਂ ਅੱਗ ਪਵੈ ਦਝੈ ਨਾਨਕਾ ਧਰੀਐ ਚਰਨੀ ਲੱਗ। ਗੁਰੂ ਦੇ ਚਰਨਾਂ ਨਾਲ ਲੱਗੇ ਬੁਝ ਜਾਵੇਗੀ, ਅੰਦਰੋਂ ਉਹ ਬੁਝ ਜਾਣਗੀਆਂ। ਸੱਜਣਾ ਤੂੰ ਤਾਂ ਉਹਨਾਂ ਨੂੰ ਬਾਲਣ ਦਾ ਯਤਨ ਕਰਨਾ, ਭਗਤੀ ਕਰ, ਇਬਾਦਤ ਕਰ, ਸਿਮਰਨ ਕਰ, ਬੁਝੇਗੀ। ਮਹਾਰਾਜ ਕਹਿੰਦੇ ਕਿ ਇਹਨੂੰ ਤਨ ਨੂੰ ਤਪਾਉਣ ਦਾ ਕੋਈ ਫਾਇਦਾ ਨਹੀਂ ਹੋ।
ਹੱਡਾਂ ਨੂੰ ਦੁੱਖ ਦੇਣ ਦਾ, ਤੁਰਨ ਮਰੋੜਨ ਦਾ, ਇੱਕ ਲੱਤ ਨਾ ਪੁੱਠੇ ਲਟਕ ਗਿਆ ਈ, ਇੱਧਰ ਨੂੰ ਹੋ ਗਿਆ ਈ, ਇਹਨੇ ਆਹ ਕਰ ਲਿਆ ਈ। ਇਹ ਕੁਝ ਕਰਨ ਦਾ ਗੁਰੂ ਨੇ, ਭਗਤਾਂ ਨੇ, ਸੰਤਾਂ ਨੇ, ਸਿੱਖਾਂ ਨੇ, ਗੁਰਮਤਿ ਨੇ ਸਾਨੂੰ ਆਗਿਆ ਨਹੀਂ ਦਿੱਤੀ। ਇਸ਼ਨਾਨ ਕਰੋ, ਕਰਨਾ ਚਾਹੀਦਾ ਹੈ। ਇਹਦਾ ਮਤਲਬ ਇਹ ਥੋੜਾ ਵੀ ਔਰ ਕਹੋ ਬਈ ਮੈਂ 100 ਘੜਾ ਪਾਣੀ ਦਾ ਪਾਉਣਾ ਤੇ ਅਸੀਂ ਫਿਰ ਸੰਸਾਰੀ ਲੈ ਦੇ ਕੇ ਆਹ ਤਾਂ ਮਹਾਂਪੁਰਸ਼ ਹੈ ਜੀ, ਬਸ ਇਹਦੇ ਕੋਲ ਹੀ ਜਾਣਾ ਹੈ, ਗੁਰੂ ਕੋਲ ਨਹੀਂ ਆਉਣਾ, ਉਹਨੇ ਉਹਦੇ ਕੋਲ ਹੀ ਜਾਣਾ ਹੈ। ਉਹ ਛੋਟਾ ਜਿਹਾ ਡਾਕਟਰ ਹੈ, ਕਦੇ ਆ ਜਾਵੇਗੀ ਕੋਈ ਉਹਨੇ ਕਰ ਲਿਆ ਹੋਊਗਾ ਜੰਤਰ ਮੰਤਰ ਸਿੱਧ, ਇਹਦੋਂ ਬਾਅਦ ਉਹ ਕੱਖ ਨਹੀਂ ਤੁਹਾਨੂੰ ਦੇ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਜਣਾ ਰੱਬ ਨੂੰ ਪਾਉਣਾ ਹੀ ਤੇ ਸਜਣਾ ਅੰਦਰ ਆਪਣੇ ਵੇਖ ਅੰਦਰ। ਔਰ ਕਿਉਂ ਐਵੇਂ ਸਿਰ ਪੈਰੀ ਕਿਆ ਫੇੜਿਆ, ਇਹਨਾਂ ਨੂੰ ਕਿਉਂ ਸਿਰ ਨੂੰ ਕਦੇ ਦੁੱਖ ਦੇਣਾ ਹੈ, ਕਦੇ ਹੱਥਾਂ ਨੂੰ, ਕਦੇ ਪੈਰਾਂ ਨੂੰ। ਔਰ ਸਜਣਾ ਰੱਬ ਨੂੰ ਮਿਲਣਾ ਹੀ ਤੇ ਅੰਦਰ ਪਿਰੀ ਨਿਹਾਲ, ਆਪਣੇ ਅੰਦਰ ਰੱਬ ਵੇਖ, ਆਪਣੇ ਅੰਦਰ ਝਾਤ ਮਾਰ। ਸਾਹਿਬ ਸੱਚੀ ਸਰਕਾਰ ਨੇ ਜੋ ਬਚਨ ਕਹੇ, ਫਿਰ ਜਿਹੜੇ ਬਚਨ ਨੇ ਵਿਦਵਾਨਾਂ ਦਾ ਕਥਨ ਹੈ ਕਿ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਕੰਨੜੇ ਦੀ ਵਾਰ ਅੰਦਰ ਉਚਾਰੇ ਤੇ ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਦੇ ਨੇ। ਉਹ ਬਚਨ ਔਰ ਉਪਦੇਸ਼ ਰੂਪਕ ਔਰ ਬੜੇ ਪ੍ਰੇਮ ਵਾਲੇ ਸਿੱਖਿਆਦਾਇਕ ਨਾਲ ਮਿਲਦੇ ਹੋਏ ਗੁਰੂ ਅਰਜਨ ਸਾਹਿਬ ਜੀ ਨੇ ਲਿਖ ਦਿੱਤੇ। ਮਹਾਰਾਜ ਸਾਹਿਬ ਕਹਿੰਦੇ ਹਾਉ ਟੁਡੇਂਦੀ ਸੱਜਣਾ ਸੱਜਣ ਮੈਡੇ ਨਾਲ। ਕਹਿੰਦੇ ਮੈਂ ਤਾਂ ਸੱਜਣ ਨੂੰ ਬਾਹਰ ਲੱਭਦਾ ਫਿਰਨਾ ਹੈ, ਕਿਸੇ ਧੂਣੀ ਤੇ, ਕਿਸੇ ਤੀਰਥ ਤੇ, ਕਿਸੇ ਬਾਬੇ ਕੋਲ, ਕਿਸੇ ਡੇਰੇ ਵਿੱਚ, ਕਿਸੇ ਹੋਰ ਪਖੰਡੀ ਨੇ ਪਖੰਡ ਕਰ ਲੈ। ਚਲੋ ਬਾਬਾ ਬੜਾ ਕਰਮਾਤੀ ਜੇ, ਕੁਝ ਗੁਰੂ ਡੰਬ ਚੱਲਿਆ ਸੰਸਾਰ ਦਾ ਤੇ ਮੇਰੇ ਵਰਗੇ ਫੜ ਫੜ ਕੇ ਉਧਰ ਨੂੰ ਲੈ ਕੇ ਤੁਰ ਪਏ। ਚਲੋ ਉਹ ਸਾਡਾ ਗੁਰੂ ਹੈ ਜੇ ਵੋਂ ਜੇ, ਉਹ ਥੋੜੇ ਜਿਹੇ ਚਿਰ ਬਾਅਦ, ਥੋੜੇ ਜਿਹੇ ਸਾਲਾਂ ਬਾਅਦ ਪਤਾ ਲੱਗ ਜਾਂਦਾ ਉਹ ਕੀ ਆ। ਗੁਰੂ ਮਿਹਰ ਕਰੇ ਸਾਹਿਬ ਕਹਿੰਦੇ ਲੱਭਦੇ ਆਂ ਬਾਹਰ। ਤੇ ਮਹਾਰਾਜ ਨੇ ਬਚਨ ਵੀ ਕੀਤੇ ਸੀ ਬਾਬਾ ਸਾਹਿਬ ਨੇ ਕਿ ਫਰੀਦਾ ਜੰਗਲ ਜੰਗਲ ਕਿਆ ਢੂੰਡਾ ਹੈ, ਵਨ ਕੰਡਾ ਮੂੜੇ ਵਸੀ ਰੱਬ ਹਿਆਲੀਏ। ਹਿਰਦੇ ਵਿੱਚ ਰੱਬ ਨੂੰ ਵੇਖ। ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਬਚਨ ਕੀਤੇ ਸੀ ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਜਿਹਨੂੰ ਬਾਹਰ ਲੱਭਦਾ ਫਿਰਨਾ ਉਹ ਤੋਹੀ ਸੰਗ ਸਮਾਈ, ਉਹ ਤੇਰੇ ਅੰਦਰ ਹੈ, ਤੇਰੇ ਨਾਲ ਏ, ਤੈਨੂੰ ਵੇਖਣਾ ਨਹੀਂ ਆਇਆ। ਅੰਨਾ ਬੰਦਾ ਹੋਵੇ ਨਾ, ਅੰਨਾ, ਤੇ ਉਹਨੂੰ ਨਾਲ ਚੁੱਪ ਕਰਕੇ ਐਸਤਾ ਐਸਤਾ ਥੋੜ੍ਹੀ ਜਿਹੀ ਦੂਰੀ ਬਣਾ ਕੇ ਤੁਰੇ ਜਾਈਏ ਤੇ ਉਹਨੂੰ ਪਤਾ ਨਹੀਂ ਲੱਗਦਾ ਅੰਨੇ ਬੋਲੇ ਨੂੰ, ਕਿਉਂਕਿ ਅੰਨਾ ਬੋਲਾ ਸ਼ਬਦ ਨਾ ਸੁਣੀ, ਅੰਨਾ ਬੋਲਾ ਨਾ ਉਹਨੂੰ ਦੀਦਾ ਨਾ ਉਹਨੂੰ ਸੁਣਦਾ। ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੀ, ਬਾ ਰੋਲ ਕਝੋਲਾ। ਉਹਨੂੰ ਸੁਣਦਾ ਨਹੀਂ, ਉਹਦੇ ਨਾਲ ਗਿਆਨ ਗੁਰੂ ਇੱਥੇ ਸੰਸਾਰ ਵਿੱਚ ਤੁਰਦਾ ਪਰ ਉਹਨੂੰ ਦਿਸਦਾ ਹੀ ਨਹੀਂ, ਉਹਨੂੰ ਸੁਣਦਾ ਹੀ ਨਹੀਂ। ਮਹਾਰਾਜ ਸਾਹਿਬ ਕਹਿੰਦੇ ਤਾਂ ਦੁਖੀ ਏ। ਕਹਿੰਦੇ ਉਹ ਬਾਹਰ ਲੱਭਦਾ ਹੈ, ਕਿੱਥੇ ਜਾਈਏ? ਸੁਖ ਮਾਇਆ ਦੇ ਨਾਲ ਨਹੀਂ, ਮਾਲਕ ਦੇ ਨਾਲ ਹੈ, ਮਾਲਕ ਨਾਲ। ਮਾਲਕ ਨੂੰ ਸਿਮਰ। ਮਹਾਰਾਜ ਕਹਿੰਦੇ ਹਾਉ ਟੁਡੇਂਦੀ ਸੱਜਣ, ਸੱਜਣ ਨੂੰ ਬਾਹਰ ਲੱਭਦੇ, ਮਿੱਤਰ ਨੂੰ ਬਾਹਰ ਲੱਭਦੇ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਤੂੰ ਮਿੱਤਰਾ ਸਾਡੜਾ ਇੱਕ ਭੋਰੀ ਨਾ ਵੀ ਛੋੜ। ਜੇ ਸੱਚੀ ਮਾਲਕਾ ਤੂੰ ਮੇਰਾ ਮਿੱਤਰ ਹੈ ਨਾ, ਇੰਨੀ ਕੁ ਕਿਰਪਾ ਕਰ, ਮੈਨੂੰ ਹੋਰ ਕੁਝ ਨਹੀਂ ਚਾਹੀਦਾ, ਮੈਨੂੰ ਆਪਣੇ ਤੋਂ ਦੂਰ ਨਾ ਕਰ। ਤੇਰੇ ਤੋਂ ਦੂਰ ਹੀ ਦੁੱਖ ਏ, ਮੌਤ ਏ, ਹਉ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੂੰਹ ਕੋ ਕਾਹੇ ਕੋ ਮਾਰੇ। ਮਹਾਰਾਜ ਮੈਨੂੰ ਕਰਵਟ ਬਦਲ ਕੇ ਦੂਜੇ ਪਾਸੇ ਨੂੰ ਚਿਹਰਾ ਘੁਮਾ ਕੇ ਕਿਉਂ ਦੁੱਖ ਦੇਣਾ, ਮੇਰੇ ਤੇ ਕਿਰਪਾ ਕਰ। ਹਾਂ ਟੁਡੇਂਦੀ ਸੱਜਣਾ ਲੱਭਦੇ ਫਿਰਦੇ ਆ, ਸੱਜਣ ਮੈਡੇ ਨਾਲ। ਮੈਡੇ ਦਾ ਅਰਥ ਮੇਰੇ, ਮੇਰੇ ਨਾਲ ਹੈ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਘਟ ਘਟ ਮੈਂ ਹਰਜੂ ਬਸੈ। ਸੰਤਨ ਕਹਿਓ ਪੁਕਾਰ, ਸੱਜਣ ਮੈਡੇ ਨਾਲ, ਗੁਰੂ ਮੇਰੇ ਨਾਲ ਹੈ। ਸਾਡੀ ਵੀ ਪ੍ਰੋਬਲਮ ਅੱਜ ਤੱਕ ਬਹੁਤਾਤ ਅੰਦਰ ਇਹੀ ਹੋਆ, ਅਸੀਂ ਨਿਰੰਕਾਰ ਨੂੰ ਬਾਹਰ ਲੱਭਦੇ। ਬਹੁਤਾ ਸੰਸਾਰ ਮੈਂ ਵੀ ਤੁਹਾਡੇ ਵਿੱਚ ਹੀ ਹੈ, ਮੈਂ ਕਿਹੜਾ ਤੁਹਾਡੇ ਚੋਂ ਬਾਹਰ ਹਾਂ, ਮੈਂ ਕਿਹੜਾ ਸੰਸਾਰ ਚੋਂ ਬਾਹਰ ਹਾਂ। ਉਹ ਵਿਰਲੇ ਨੇ ਗੁਰ ਸਿੱਖ ਸੰਤ ਸਾਧੂ ਜਿਹੜੇ ਬਾਹਰ ਨਹੀਂ ਅੰਦਰ ਲੱਭਦੇ ਨੇ, ਉਹ ਬਾਹਰ ਨਹੀਂ ਅੰਦਰ ਲੱਭਦੇ ਨੇ।
कोई विरला है बाबा मलकीत सिंह महापुरुषों वर्गा जिहड़ा अंदर लभदा है, बाहर नूं नहीं तुरदा। कोई विरला है महापुरुष श्रीमान संत बाबा भान सिंह जी वर्गा जिहड़ा अंदर लभदा है। कि आपां सारे नगर उहो जिहे हो गए आ, क्योंकि असीं उहो जिहे अंदर नूं उतरे नहीं, असीं उतरे नहीं। असीं संसार वल नूं लभदे आ, किहड़े बाबे किहड़े साधु किहड़े संत किहड़े सिख नूं मिलण जाइए, जिथों कुछ मिले बाहर दा मिले, अंदर नूं नहीं। उन्हां अंदर नहीं मंगिया, उन्हां बाहर नहीं मंगिया, उन्हां अंदरों जुड़ना मंगिया है। सज्जन मैडे नाल वो दसदे रब तां तेरे नाल है, बाहर क्यों लभदा? अपने घर लभ, अपने घर अंदर वेख। खैर मैं संखेप च अर्ज करना है, महाराज की बाणी दे बहुत प्रमाण ने, जिन्ना चिर मर्जी प्रमाण दिती जाइए। मैं संखेप च अर्ज करने हैं। महाराज मेर कर दे नानक अलख ना लखीए। सतगुरु गुरु नानक साहब महाराज की मोहर छाप ला के दातार प्रभु जी कहते अलख ना लखीए। ऐं बाहर लभण नाल अलख जिहड़ा और लखने तो जानकारी तो पर परमात्मा है ना, अलख स्वरूप परमात्मा कहते वो जिहड़ा ना लखीए, इन्हां जतनां नाल नहीं पाया जाना। इन्हां जतनां नाल तैनूं वो दाते दा दीदार नहीं हो होना। जिहड़े बाहर दे तों दर्शन करन लई तुरिया फिरदा है ना, वो ऐ नहीं होने। महाराज साहब सच्चे पातशाह कहते नानक लख ना लखीए, और परमात्मा नूं ऐ नहीं हो जानिया जाना। ते मिलेगा किवें? गुरमुख देह दिखाल, जिहड़े गुरु दी मत लैके गुरु नूं मुखी बना के गुरु दे बचनां नूं मन के जिन्ना गुरु नूं चितविया, ते उन्हां गुरमुखां नूं सतगुरु दिखाल अपना दर्शन दिखा देंदा है। बाहर भी अंदर भी, जिन्हों पहला अंदर दर्शन हुंदा जे बाहर फेर जे। असी कहने पहला बाहर दिसे, ये साइंस का तकाजा है कि पहला दिसे फिर विश्वास। गुरमत ते गुरु का यह तकाजा है, पहला विश्वास फिर दर्शन होवेगा। साहब महाराज बचन करते हैं ना, मैं भुलदा ना होवां, महाराज सच्चे पातशाह कहंदे आ जाके मन विश्वास प्रभ आया, तत् ज्ञान तिस मन प्रगटाया। जिहदे मन च विश्वास आया उहदे ज्ञान आ। ये नहीं क्या कि पहला भगवान दिसे जी मैं फिर मत्था टेकूंगा फिर गलबात करूंगा, ये साइंस कहती है। और परमात्मा का मार्ग गुरमत नहीं है कहती, ये तो कहते पहला भरोसा करके जप बैठ विश्वास कर, फिर तेरे ते परमात्मा की कृपा होएगी। वो कहते पहला दिसे फिर मैं दी भन तोड़ करूँ, फिर मैं सही दी मोहर लाऊं कि ये चीज़ है कि नहीं। बस महाराज साहब मेहर करते ने, उन्हें विश्वास कर लिया, गुरमुख दे हिरदे विच प्रगट हो गया, हिरदे के अंदर प्रगट होए आया। शेख ब्रह्म ने कहा, और जदों ऐसा होया महाराज ऐसा भी है? कह लगे हाँ। और प्यारी लगे साहब कहते हंसा दे कुतरंदे आ बग्गा आया चाऊ, डुब मोए बाग बापूड़े सिर ताल ऊपर पाओ। महाराज गुरु अमरदास साहब के बचन ने, और विद्वान कहते ने महात्मा जन ये वडहंस राग दी वार दे बचन ने, ते ये तां इत्थे नाल मिलाए, इत्थे गुरु साहबान दा नहीं, इत्थे भगत बाबा फरीद साहब के बचनां च ला दिते। महाराज सच्चे पातशाह बैठे, दीन दयाल जी बैठे हुए एक पखंडी आ गया, तो लोग उहदे नाल बड़े जुड़े सी, ते जेड़े तन नाल लोग जुड़े हो ना, ते सियाणे बंदे सीधा उहदे ते कोई ऐसा बचन नहीं करते, क्योंकि लोगों ने कहना भी ये तो बड़ा महात्मा जी महापुरुष है जी फलाना। तुसी देखिया जी एक बंदे ने आना होवे ना, बंदे ने ते गुरु ग्रंथ साहब महाराज सजे होना, कई वेर मैं कदे कई वेर वेख्या बंदा आवे ते लोग उठ के हजूरी विच ओहदे लई खले हो जाणगे। हद हो गई किदे ना राष्ट्रपति बैठा होवे, राष्ट्रपति बैठा होवे सभा च, उधरों मुख्यमंत्री आ जावे, भाई बेशक प्रधानमंत्री आ जावे,
बैठा राष्ट्रपति है तो सारे लोग उठ के वो जिहड़ा प्रधान मंत्री आ रहा जां मुख्य मंत्री आ रहा उहदे लई ताड़ियां वजाउण लग पैण ते फिर उहदी तौहीन हुई कि उहदी इज्जत हुई। फिर वड्डे लई आ ना, फिर वड्डा तो उन्होंने ना समझिया। एक गल नूं ध्यान च रखिया जे, वड्डा कौन है, ताड़ियां किहदे लई है। जदों साहब आउण ना गुरु ग्रंथ साहब, उदों उठ करो यदि ताबिया च बैठे कोई बंदा आवे ठीक संगत आउंदी है मत्था टेक के संगत नूं अगला फतेह गजाउंदा उत्थे बैठे ही सिर झुका दिओ, गुरु की फतेह उहदा अदब है। पर इहदा मतलब ये नहीं एक लई आए ते उहदे लई मैं कईयां नूं तां वेखिआ कोई साधु चल के आउंदा होवे ना भला पुरुष आ, मैं भला पुरुष ही कहांगा, और भले ऐसा काम तां नहीं करदे भी वो कहन बई मेरे ते मैं आवां ते इधरों हार पैंदे होण महाराज सामने होण, इधरों फुल सुट्टी दे आउंदे होण। ये काम है सतगुरु ग्रंथ साहिब महाराज लई अदब सत्कार। हुण राष्ट्रपति आवे ते 5 बंदे भी ना उहदे लई होण लभण ते उत्थे मुख्य मंत्री आ जावे ते लोग फुल्लां दे हार सट्टण, फिर तां राष्ट्रपति कहेगा इहदे तो ही लै लो जो लैना, मैं तां जाना आ। ये अज हालात ने साडी अज्ञानता दे बेसमझी दे। ठीक है गुरु का प्रचारक है, गुरु का संत है, गुरु का साधु है, गुरमुख है, पर जदों गुरु वाले आउंदा है ना, श्रीमान संत बाबा ईसर सिंह जी शायद मैं शब्द तां वरत्या है, कई बार कई गल पूरी मुकम्मल तौर पर याद नहीं हुंदी। और उन्होंने की करना, महापुरुषां ने देखना जदों सामने दी आउणा ना दीवाना च, चंगी गल सारियां दी साधु बड़े जोड़न वाले सन, और जिन्हां कोल बंदगी हुंदी वो आपदे नाल नहीं जोड़दे, और दूजे जिन्हां कोल मेरे वर्गियां कुछ नहीं हुंदा वो फिर जोड़दे ने। और प्यारिओ उन्हां की करना, उन्हां देखिया भी संगत खड़ी हो जाती, उन्हां कहा महाराज लई चंगा नहीं ते मेरे तो पाप नाल कराउंदे ने। उन्हां जदों दीवान लाउणे उन्हां कहना स्टेज दे पिछले पासे एक जेड़ा दरवाजा रखिया जे, फिर उन्हां पिछले पासों चढ़ना स्टेज ते, महाराज नूं आके स्टेज ते नकमस्तक होना। उन्हां दा कारण ये सी कि मैनू लोग वेख के खड़े ना होण, मैनू मत्था ना टेकन, क्योंकि सृष्टि दे मालक बैठे हुए ने, सृष्टि दे मालक। ते मेरे वर्गा चौड़ा हो जाता है जदों कोई फुल सुटे, जदों कोई कहे भी महापुरुष आ गए ने, महाराज कृपा करे गुरमत साडे समझ आ जावे। सब कहंदे ने हंसां देख तरंदियां बग्गा आया चाओ। जिहड़े बगले बिरती वाले सी ना, बगले सन, पहला मैं सीधा जिहा एग्जांपल दियां जिहदे नाल गल पकड़ च आ जावे। बगलियां ने वेख्या कि हंस पानी ते तैरदे जा रहे, ते बगलियां ने भी छलांग ला दी, भाई चल जे साडे वर्गा रंग साडे को वर्गा आकार ये तुरे जाते ते असी क्यों नहीं। ते विद्वान कहते बगला भी चिट्टा हुंदा, हंस भी चिट्टा हुंदा। ते वो जदों ऐसा होया ना ते प्यारे वो गए ते कहते डुब मोए बग बपुड़े सिर तल ऊपर पाओ, हंस तुरे जान ते जेड़े सन बगले उन्हां दियां डुबकियां, सिर थल्ले नूं डुब गया, लत्तां उपर नूं आ गईयां। महाराज कहते बगलियां दी। हुण दूजा अर्थ इहदा सुन लिया जे। महाराज कहते हंसां देख तरंदियां गुर सिखां बंदगी वाले साधुआं संतां नूं बाणी पढ़दियां ब्रह्म नाल मिलिया होया सुरत जिन्हां दी अंदरों जुड़ी, मैं उन्हां दी गल कर रहा है। महाराज कहते उन्हां नूं रब वाले मार्ग ते आनंदित हुंदियां ब्रह्म नेतियां ब्रह्म स्रोतरियां जुड़ी हुई सुरत वाले अंदरों आनंदित हुंदे, लहरां दे विच आनंद माणदे ने। बगले बिरती वाले जिन्हां मेरे वर्गियां ने बाहरों चिट्टे कपड़े पाए, एवं लिबास ही बनाया, मैं बड़ा वड्डा सिख है जी, बस ठेकेदारी सारी मेरे कोले। महाराज कहंदे उन्हां दे विच आओ आया, लै यारो जे इहो जे कपड़े बन के पा के लोग इहदे अगे झुकदे ने, जे इहो जिहा दस्तारा बन के इहदे अगे लोग झुकदे, मेरे अगे क्यों नहीं। ते मैं कईयां नूं सुनिया, मैं नां लैना मुनासिब नहीं समझांगा, मैं कईयां नूं सुनिया कहंदे यार फलाने नूं रोटियां खवाउंदे ओहदे इन्ना जीव है, कहंदे मेरे क्यों नहीं सुनदे, मैं भी तां बंदा है। मैं कहा सजना बंदे तां सारे ही 5 तत्तां दे ने,
ਕਰਨੀ ਪ੍ਰਧਾਨ ਏ, ਉਹਦੀ ਕਰਨੀ ਤੇਰੀ ਕਰਨੀ ਨਹੀਂ, ਤੇਰੀ ਕਰਨੀ ਉਹਦੀ ਨਹੀਂ। ਉਹ ਰੱਬ ਵੱਲ ਨੂੰ ਤੁਰਿਆ, ਲੋਕ ਉਹਦੇ ਵੱਲ ਨੂੰ ਤੁਰ ਪਏ। ਉਹ ਰੱਬ ਦਾ ਅਦਬ ਕਰਦਾ, ਲੋਕ ਉਹਦਾ ਅਦਬ ਕਰਦੇ। ਉਹ ਰੱਬ ਦੀ ਗੱਲ ਸੁਣਦਾ, ਲੋਕ ਉਹਦੀ ਪੈ ਸੁਣਦੇ। ਤੂੰ ਇਹ ਕੁਝ ਕਰਦਾ ਨਹੀਂ, ਤੇਰਾ ਕੁਝ ਇਹ ਹੁੰਦਾ ਨਹੀਂ। ਮਹਾਰਾਜ ਕਹਿੰਦੇ ਉਹ ਬਗਲੇ, ਉਹ ਤਰ ਗਏ, ਉਹ ਤਾਰੈ ਗੁਰਸਿੱਖ, ਜਿਹੜੇ ਪਹਿਲੀ ਬਿਰਤੀ ਵਾਲੇ, ਹੰਸਾਂ ਵਾਲੇ, ਜਿਨ੍ਹਾਂ ਨੂੰ ਪਰਮਹੰਸ ਦਾ ਰੁਤਬਾ ਇਤਿਹਾਸ ਨੇ, ਗੁਰਬਾਣੀ ਨੇ ਦਿੱਤਾ, ਉਹਨਾਂ ਦੀ ਬਾਤ ਹੈ। ਜਿਹੜੇ ਜੁੜੀ ਹੋਈ ਸੁਰਤ ਵਾਲੇ, ਉਹ ਆਪ ਵੀ ਤਰਦੇ, ਦੂਜਿਆਂ ਨੂੰ ਵੀ ਤਾਰ ਦਿੰਦੇ। ਜਿਹੜੇ ਮੇਰੇ ਵਰਗੇ ਬਗਲੇ ਬਿਰਤੀ ਵਾਲੇ ਹੁੰਦੇ ਨਾ, ਉਹ ਫਿਰ ਸੰਸਾਰ ਵਿੱਚ ਹੀ ਡੁੱਬਦੇ ਨੇ, ਪੁੱਠੇ ਟੰਗੇ ਜਾਂਦੇ ਨੇ ਸਜ਼ਾਵਾਂ ਲਈ, ਤੇ ਸਿਰ ਥੱਲੇ ਆ ਜਾਂਦਾ ਹੈ, ਪੈਰ ਉੱਤੇ ਚਲੇ ਜਾਂਦੇ ਨੇ। ਜਦੋਂ ਦੁਨੀਆ ਦਾ ਭ੍ਰਮਣ ਕਰਦੇ ਨੇ ਔਰ ਸਿਰ ਥੱਲੇ ਤੇ ਪੈਰ ਉੱਪਰ ਪੁੱਠਾ ਲਟਕਦਾ ਰਹਿੰਦਾ ਹੈ, ਉਧਰ ਦੇ ਵਿੱਚ ਮਹਾਰਾਜ ਸਾਹਿਬ ਕਹਿੰਦੇ ਬਗਲਿਆਂ ਦੀ ਬਿਰਤੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਫਿਰ ਤੂੰ ਕਿਉਂ ਉਹਦੇ ਨਾਲ ਜੁੜਿਓ, ਤੁਰਿਓ? ਸਾਹਿਬ ਕਹਿੰਦੇ ਔਰ ਕਿਆ ਜਦੋਂ ਐਸਾ ਹੋਇਆ, ਉਹਦਾ ਭੁਲੇਖਾ ਹੰਸਾਂ ਵਰਗਾ ਪੈ ਗਿਆ, ਪਖੰਡੀ ਦਾ ਭੁਲੇਖਾ ਗੁਰਮੁਖਾਂ ਵਾਲਾ ਪੈ ਗਿਆ। ਮਹਾਰਾਜ ਕਹਿੰਦੇ ਕਿਆ ਹੰਸ, ਔਰ ਸੱਚੀ ਸਰਕਾਰ ਨੇ ਕਿਹਾ ਮੈਂ ਜਾਣਿਆ ਵੱਡ ਹੰਸ ਹੈ ਤਾਂ ਮੈਂ ਕੀਤਾ ਸੰਗ। ਅਸੀਂ ਤਾਂ ਸਮਝਿਆ ਸੀ ਗੁਰਮੁਖ ਹੈ, ਗੁਰਸਿੱਖ ਹੈ, ਜੁੜਿਆ ਹੋਇਆ ਔਰ ਰੱਬ ਨਾਲ ਜੋੜ ਦੇਵੇਗਾ। ਪਤਾ ਨਹੀਂ ਸੀ ਤਾਂਤਰਿਕ ਬਿਰਤੀਆਂ ਇਹਦੇ ਅੰਦਰ ਬਣਦੀਆਂ ਨੇ। ਇਹ ਕਟਾਸ਼ ਗੁਰੂ ਤੇ ਕਰ ਕਰਕੇ ਤੋੜਨ ਵਾਲਾ ਕੰਮ ਕਰਦਾ ਹੈ। ਮਹਾਰਾਜ ਕਹਿੰਦੇ ਮੈਂ ਜਾਣਿਆ ਵੱਡ ਹੰਸ ਹੈ ਤਾਂ ਮੈਂ ਕੀਤਾ ਸੰਗ। ਜੇ ਮੈਂ ਇਹ ਗੱਲ ਨੂੰ ਜਾਣਦਾ ਹੁੰਦਾ, ਇਹ ਨਾਸਤਕ ਹੈ, ਇਹ ਟੁੱਟਾ ਹੋਇਆ ਹੈ, ਤੋੜਨ ਵਾਲਾ ਹੈ। ਜੇ ਇਹ ਗੱਲ ਨੂੰ ਜਾਣਦਾ ਹੁੰਦਾ, ਬੱਗ ਬੱਪੂੜਾ, ਇਹ ਤਾਂ ਵਿਚਾਰਾ ਬਗਲਾ ਪਖੰਡੀ ਦੰਭੀ ਆ। ਮਹਾਰਾਜ ਸਾਹਿਬ ਕਹਿੰਦੇ ਜਨਮ ਨਾ ਭੇੜੀ ਅੰਗ, ਜਨਮ ਤੋਂ ਮੁੱਢੋਂ ਔਰ ਕਤਈ ਵੀ ਇਹਦੇ ਮਗਰ ਨਾ ਤੁਰਦਾ, ਇਹਦੀ ਗੱਲ ਨੂੰ ਨਾ ਮੰਨਦਾ, ਇਹਦੇ ਵੱਲ ਨੂੰ ਨਾ ਮੁੜਦਾ। ਕਹਿਣ ਲੱਗੇ ਸੱਚੇ ਪਾਤਸ਼ਾਹ ਕਹਿੰਦੇ ਉਹਦੀ ਗੱਲ ਨੂੰ ਮੈਂ ਅੰਗੀਕਾਰ ਨਾ ਕਰਦਾ, ਅਪਣਾਉਂਦਾ ਨਾ। ਔਰ ਜੇ ਕਿਤੇ ਮੈਨੂੰ ਪਤਾ ਹੁੰਦਾ, ਸਾਹਿਬ ਕਹਿੰਦੇ ਐਉਂ ਬਾਹਰ ਦੇ ਲਿਬਾਸਾਂ ਨਾਲ ਰੱਬ ਨਹੀਂ ਕਿਆ ਹੰਸ ਕਿਆ ਬਗਲਾ, ਕੀ ਹੰਸ ਤੇ ਕੀ ਬਗਲਾ ਹੈ। ਜਾ ਕੋ ਨਜ਼ਰ ਧਰੇ, ਕੋਸ਼ਿਸ਼ ਇਹ ਕਰ ਰੱਬ ਤੇਰੇ ਤੇ ਮਿਹਰ ਦੀ ਨਜ਼ਰ ਕਰੇ, ਰਹਿਮਤ ਵਰਸਾਏ। ਉਹ ਤੇਰੇ ਤੇ ਮਿਹਰ ਦੀ ਨਜ਼ਰ ਕਰਕੇ ਤੈਨੂੰ ਦੇਖੇ, ਉਹਦੀ ਨਜ਼ਰ ਤੇਰੇ ਤੇ ਪੈ ਜਾਵੇ। ਮਹਾਰਾਜ ਕਹਿੰਦੇ ਜਾ ਕੋ ਨਜ਼ਰ ਧਰੇ, ਔਰ ਜੇ ਤਿਸ ਭਾਵੈ ਨਾਨਕਾ, हे ਮੇਰੇ ਵੈਗੁਰੂ ਜੋ ਤੈਨੂੰ ਭਾਵੇ ਉਹ ਕਰਮ ਕਰ, ਤੂੰ ਰੱਬ ਨੂੰ ਭਾ ਜਾਵੇਂ। ਉਹ ਗੱਲਾਂ ਨਾ ਕਰਕੇ ਮੈਨੂੰ ਲੋਕਾਂ ਨੂੰ ਮੈਂ ਭਾ ਜਾਵਾਂ ਔਰ ਲੋਕ ਮੈਨੂੰ ਬੜਾ ਚੰਗਾ ਸਮਝਣ। ਕੁਝ ਸਮੇਂ ਲਈ ਲੋਕ ਚੰਗਾ ਕਹਿਣਗੇ, ਬੜੇ ਸੋਲੇ ਗਾਉਣਗੇ, ਬੜੇ ਨਾਰੇ ਲਾਉਣਗੇ, ਔਰ ਤਬ ਜਾਣੋਗੇ ਜਬ ਉਗਰੈ ਗੋਪਾਦ। ਜਦੋਂ ਪਤਾ ਲੱਗ ਜਾਂਦਾ ਮੁੜ ਕੇ ਉਹਨਾਂ ਦੀ ਬਾਤ ਕੋ ਨਹੀਂ ਜੇ ਪੁੱਛਦਾ, ਪਤਾ ਹੀ ਨਹੀਂ ਲੱਗਦਾ ਉਹ ਕਿੱਧਰ ਨੂੰ ਫਿਰ ਸ਼ਾਊ ਮਾਊ ਹੋ ਜਾਂਦੇ। ਮਹਾਰਾਜ ਸੱਚੀ ਸਰਕਾਰ ਕਹਿੰਦੇ ਨੇ ਜੇ ਤਿਸ ਭਾਵੈ ਨਾਨਕਾ, ਜੇ ਤੈਨੂੰ ਭਾ ਜਾਵੇ ਰੁਲਿਆ ਖੁਲਿਆ ਮੇਰੇ ਵੈਗੁਰੂ ਕਾਗੋ ਹੰਸ ਕਰੇ। ਉਹ ਪਖੰਡੀ ਵੀ ਅੰਦਰੋਂ ਕਿਤੇ ਜੁੜ ਕੇ ਬੇਨਤੀ ਕਰ ਦੇਵੇ ਨਾ, ਸੱਚੀ ਮੁੱਚੀ ਜੁੜ ਜਾਵੇ। ਮਹਾਰਾਜ ਕਹਿੰਦੇ ਕਾਂ ਸਭ ਤੋਂ ਮਾੜਾ ਹੈ, ਕਿਉਂਕਿ ਉਹ ਤਾਂ ਕੇਵਲ ਅੰਦਰੋਂ ਪਖੰਡ ਕਰ ਰਿਹਾ, ਬਾਹਰੋਂ ਦਿਖਾਵਾ ਹੈ, ਔਰ ਬਾਹਰੋਂ ਤਾਂ ਚਿੱਟਾ ਪਹਿਰਾਵਾ, ਅੰਦਰੋਂ ਕਾਲਾ ਹੈ। ਕਾਊ ਬਾਹਰੋਂ ਵੀ ਕਾਲਾ ਹੈ ਤੇ ਗੰਦਗੀ ਖਾ ਖਾ ਕੇ ਅੰਦਰੋਂ ਵੀ ਕਾਲਾ ਹੈ, ਪਵਿੱਤਰ ਨਹੀਂ। ਉਹ ਪਖੰਡੀ ਬਾਹਰੋਂ ਦਿਖਾਵਾ ਕਰਕੇ ਨਿੰਦਿਆ ਰੂਪ ਗੰਦਗੀ ਨੂੰ ਗ੍ਰਹਿਣ ਕਰਦਾ ਹੈ, ਲੋਕਾਂ ਦੇ ਅਵਗੁਣਾਂ ਨੂੰ ਅੰਦਰ ਟਪਾਉਂਦਾ ਹੈ। ਮਹਾਰਾਜ ਜੇ ਤੈਨੂੰ ਭਾ ਜਾਵੇ ਕਾਵਾਂ ਨੂੰ ਹੰਸ ਬਣਾ ਦੇਣਾ ਹੈ। ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਦੀ ਘਟਨਾ ਆਉਂਦੀ ਨਾ ਬੀਬੀ ਰਜਨੀ ਵਾਲੀ, ਕਿ ਕਾਲੇ ਕਾਊ ਚਿੱਟੇ ਉਹ ਛਪੜੀ ਚੋਂ ਨਿਕਲਦੇ ਸਨ, ਇਹ ਵੀ ਹੋਇਆ। ਤੇ ਔਰ ਜੀਵਨ ਨੂੰ ਵੀ ਬਦਲਾਣਾ, ਪਵਿੱਤਰਤਾ ਲਿਆਣੀ, ਹੰਸ ਪਰਮ ਹੰਸ ਬਣਾ ਦਿੰਦੀ ਏ ਬਾਣੀ। ਕੋਈ ਇਹਦੇ ਨਾਲ ਜੁੜੇ, ਮਹਾਰਾਜ ਕਹਿੰਦੇ ਸਰਵਰ ਪੰਖੀ ਹੇਕੜੋ ਫਾਹੀ ਵਾਲ 50। ਮਹਾਰਾਜ ਸੱਚੇ ਪਾਤਸ਼ਾਹ ਸਰੋਵਰ ਏਕਾ, ਔਰ ਸਰੋਵਰ ਦੇ ਕਿਨਾਰੇ ਤੇ ਪੰਖੀ ਹੇਕੜੋ, ਹੇਕੜੋ ਦਾ ਅਰਥ ਇੱਥੇ ਏਕਾ, ਇਕੱਲਾ, ਕਿਉਂਕਿ ਅੱਡ ਅੱਡ ਭਾਸ਼ਾਵਾਂ ਨੇ। ਮਹਾਰਾਜ ਸਾਹਿਬ ਕਹਿੰਦੇ ਇੱਥੇ ਇੱਕ ਜੀਵ ਏ, ਇਹ ਸੰਸਾਰ ਸਰੋਵਰ ਤੇ ਆਇਆ ਹੋਇਆ,
फाहीवाल 50 ते अवगन ने 50। गुनाह पद फैलियां विकार दुराचार इहदे लई फाहियां ला के फड़े खड़े ने। कर्म इंद्रे ज्ञान इंद्रे और 5 कर्म इंद्रे जेड़े 25 प्रकृतियां बन जांदियां अगे दी अगे इन्हां चों कई कुछ निकल आउंदा है। केवल मैं संखेप दे विच अर्ज करा, महाराज कहंदे इहनूं फसाउण वाले 50 ने, कल्ले नूं डोबण वाले 50 ने। ये बचेगा बेचारा किवें? इहो तन लहरी गड थिया। महाराज इधर विकारां दियां बद फैलियां दियां लोभ दियां वाशनावां दियां लहरां उठदियां पईयां ने, ਉਹਦੇ ਵਿੱਚ ਗੁੰਥੜ ਹੋਇਆ ਪਿਆ ਜੀਵ। ਇੱਕ ਤਾਂ ਉਹ ਇਹਨੂੰ ਫਸਾਉਣ ਵਾਲੇ ਬਹੁਤੇ, ਇੱਕ ਇਹਨਾਂ ਵਿੱਚ ਗੁੰਥੜ ਹੋਇਆ ਪਿਆ ਡੁੱਬਿਆ ਪਿਆ ਹੈ। ਮਹਾਰਾਜ ਕਹਿੰਦੇ ਇਹਦੇ ਚੋਂ ਕੌਣ ਬਚਾਵੇ? ਕੋਈ ਹੈਲਪ ਕਰਨ ਵਾਲਾ ਨਹੀਂ ਉਸ ਸੰਸਾਰ ਵਿੱਚ। ਸੱਚੇ ਤੇਰੀ ਆਸ ਮੇਰੇ ਸੱਚੇ ਪਾਤਸ਼ਾਹ, ਇੱਕ ਤੇਰੀ ਆਸ ਹੈ, ਤੂੰ ਬਚਾ ਲਵੇਂ। ਫਿਰ ਸਾਹਿਬ ਨੇ ਬਚਨ ਜਿਹੜੇ ਕੀਤੇ ਤੇ ਉਸ ਵੇਲੇ ਸ਼ੇਖ ਬ੍ਰਹਮ ਨੇ ਕਿਹਾ, ਮਹਾਰਾਜ ਉਹ ਕਿਹੜਾ ਮੰਤਰ ਜਿਹਦੇ ਨਾਲ ਮਾਲਕ ਮਿਲੇ? ਉਹ ਕਿਹੜਾ ਮੰਤਰ ਜਿਹਦੇ ਨਾਲ ਮਾਲਕ ਪਤੀ ਪਰਮਾਤਮਾ ਪ੍ਰਸੰਨ ਹੋ ਜਾਵੇ? ਕਹਿਣ ਲੱਗੇ ਕਵਨ ਸੋ ਅੱਖਰ ਖਵਨ ਗੁਣ ਖਵਨ ਸੋ ਮਣੀਆਂ ਮੰਤ। ਔਰ ਕਹਿਣ ਲੱਗੇ ਇਹ ਦਾਤਾ ਉਹ ਕਿਹੜੇ ਅੱਖਰ ਨੇ ਜਿਨ੍ਹਾਂ ਨਾਲ ਮਾਲਕ ਮਿਲੇ? ਲਿਖਣ ਨਾਲ, ਬੋਲਣ ਨਾਲ। ਕਵਨ ਗੁਣ ਕਿਹੜੇ ਕਿਹੜੇ ਗੁਣ? ਇਹ ਵਿਦਵਾਨ ਇਹ ਵੀ ਕਹਿੰਦੇ, ਉਹ ਕਹਿੰਦੇ ਕਿਹੜਾ ਮੰਤਰ ਔਰ ਕਿਹੜਾ ਤਵੀਤ ਤਾਗਾ ਲਿਆਵਾਂ ਕਰਾ ਕੇ ਜਿਹਦੇ ਨਾਲ ਮਾਲਕ ਨਾਲ ਬਣ ਆਵੇ। ਹੁਣ ਥੋੜਾ ਜਿਹਾ ਸੁਣ ਲਿਆ ਜੇ, ਬਹੁਤ ਤਾਦ ਅੰਦਰ ਥੋੜਿਆਂ ਨੂੰ ਛੱਡ ਕੇ ਮਾਈਆਂ ਬੀਬੀਆਂ ਦੀ ਵੀ ਲੈ ਦੇ ਕੇ ਹੁੰਦੀ ਹੈ ਮੇਰਾ ਪਤੀ ਜਿਹੜਾ ਨਾ ਮੇਰੇ ਵੱਸ ਵਿੱਚ ਰਵੇ। ਉਹ ਧਿਆਨ ਨਾਲ ਸੁਣ ਲਿਆ ਜੇ। ਬਾਬਾ ਫਰੀਦ ਸਾਹਿਬ ਕਹਿ ਰਹੇ ਨੇ ਉਹ ਕਦੇ ਕਿਸੇ ਤੋਂ ਤਾਗਾ ਕਿਸੇ ਤੋਂ ਟੂਣਾ ਪਤਾ ਨਹੀਂ ਲਿਆ ਕੀ ਸਿੱਟੀ ਜਾਂਦੀਆਂ, ਉਹ ਮੁੜ ਕੇ ਕਈ ਵਾਰ ਭਾਂਡਾ ਪੁੱਠਾ ਵੱਜ ਜਾਂਦਾ, ਫਿਰ ਅੱਖਾਂ 'ਚ ਘੁਸੁੰਨ ਦੇ ਰੋਂਦੀਆਂ ਬਰਬਾਦ ਹੋ ਕੇ। ਮਹਾਰਾਜ ਸਾਹਿਬ ਕਹਿੰਦੇ ਉਹ ਕਿਹੜਾ ਮੰਤਰ, ਕਿਹੜੇ ਅੱਖਰ, ਕਿਹੜੇ ਗੁਣ? ਆਪ ਤਾਂ ਅਵਗਣ ਕਰਨੇ ਆ ਤੇ ਤਵੀਤ ਪਾ ਕੇ ਚਾਹਣਾ ਪਤੀ ਮੇਰੇ ਵੱਸ ਹੋ ਜਾਏ। ਆਪ ਵਿੱਚ 29 ਪ੍ਰਕਾਰ ਦੇ ਔਗਣ ਬਦ ਫੈਲੀਆਂ ਨੇ, ਕਹਿਣਾ ਰੱਬ ਮੇਰੇ ਵੱਸ ਹੋ ਜਾਵੇ। ਰੱਬ ਐ ਨਹੀਂ ਵੱਸ ਹੁੰਦਾ। ਮਹਾਰਾਜ ਕਿਹੜੇ ਗੁਣ? ਕਵਣ ਸੋ ਮਣੀਆਂ ਮੰਤ। ਔਰ ਕਿਹੜਾ ਮੈਂ ਮਨੀਆਂ ਔਰ ਜਿਹੜਾ ਸ਼੍ਰੋਮਣੀ ਮੰਤ ਮੰਤਰ ਜਪਾਂ ਜਿਹਦੇ ਨਾਲ ਪਤੀ ਦੇ ਵੱਸ ਹੋ ਜਾਵੇ, ਪਤੀ ਪਰਮਾਤਮਾ ਵੱਸ ਹੋ ਜਾਵੇ। ਬਾਹਰ ਦੀ ਬੀਬੀ ਕਹਿੰਦੀ ਮੇਰਾ ਘਰ ਵਾਲਾ ਵੱਸ ਹੋ ਜਾਵੇ। ਕਿਵੇਂ ਹੋਵੇ? ਕਵਣ ਸੋਵੇ ਸੋ ਹਉ ਕਰੀ ਜਿਤ ਵਾਸੇ ਆਵੇ ਕੰਤ। ਮੈਂ ਕਿਹੋ ਜਿਹੇ ਕੱਪੜੇ ਪਹਿਨਾਂ, ਕਿਹੋ ਜਿਹਾ ਰੰਗ ਢੰਗ ਬਣਾਵਾਂ, ਕਿਹੋ ਜਿਹਾ ਚਾਲ ਚੱਲਣ ਬਣਾਵਾਂ ਜਿਹਦੇ ਨਾਲ ਮਾਲਕ ਵੱਸ ਹੋਵੇ। ਹੁਣ ਇਹਦਾ ਉੱਤਰ ਸੁਣ ਲਿਆ ਜੇ। ਇਹ ਸੀ ਪ੍ਰਸ਼ਨ। ਫਿਰ ਦਾਤਾਰ ਪ੍ਰਭੂ ਸੱਚੀ ਸਰਕਾਰ ਜਦ ਗੁਰੂ ਨਾਨਕ ਸਾਹਿਬ ਦਾ ਮਿਲਾਪ ਹੋਇਆ, ਉਹਨਾਂ ਸਮਝਾਇਆ ਸ਼ੇਖ ਬ੍ਰਹਮ ਐਉਂ ਨਹੀਂ। ਮਹਾਰਾਜ ਕਹਿੰਦੇ ਨਿਵਨ ਸੋ ਅੱਖਰ ਖਵਨ ਗੁਣ। ਸੱਚੇ ਪਾਤਸ਼ਾਹ ਕਹਿੰਦੇ ਅੱਖਰ ਤੇਰੇ ਕੋਲ ਨਿਮਨ ਸੋ, ਨਿਮਰਤਾ ਵਾਲੇ ਹੋਣ। ਤੇਰੇ ਪੱਲੇ ਪਹਿਲਾ ਗੁਣ ਨਿਮਰਤਾ ਹੋਵੇ, ਨਿਊਨਤਾ ਹੋਵੇ ਔਰ ਅੰਦਰ ਹਿਰਦੇ ਵਿੱਚ। ਔਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਔਰ ਖਵਨ ਗੁਣ। ਔਰ ਕਿਹੜੇ ਗੁਣ ਹੋਣਾ? ਔਰ ਸੱਚੀ ਸਰਕਾਰ ਨੇ ਕਿਹਾ ਨਿਮਨ ਸੋ ਅੱਖਰ, ਉਹ ਹੁਣ ਨਿਰਮਾਨਤਾ ਵਾਲੇ ਖਵਨ ਗੁਣ। ਗੁਣ ਕਿਹੜੇ? ਔਰ ਸ਼ੁਭ ਵਿਚਾਰ, ਆਚਰਣ ਪਵਿੱਤਰ, ਅੰਦਰ ਸੱਚ ਔਰ ਹਿਰਦੇ ਅੰਦਰ ਪਾਵਨਤਾ ਨਿਰਮਾਣਤਾ ਆ। ਔਰ ਮਾਲਕ ਬੋਲ ਦੇਵੇ ਤੇ ਨਿਮਰਤਾ ਦੇ ਨਾਲ ਪੇਸ਼ ਆਣਾ। ਨਿਮਨ ਸੋ ਅੱਖਰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਔਰ ਮਨੀਆਂ ਮੰਤ। ਮੰਤਰ ਸ਼੍ਰੋਮਣੀ ਕਿਹੜਾ ਹੈ? ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ। ਕੋਈ ਨਾ ਬੀਬੀ ਔਰ ਕਿਸੇ ਗੁਰਸਿੱਖ ਦੇ ਕੋਲ ਚਲੀ ਗਈ ਕਿ ਬਾਬਾ ਮੈਨੂੰ ਕੋਈ ਐਸਾ ਮੰਤਰ ਦੇ, ਮੇਰੀ ਸੱਸ ਬੜੀ ਲੜਦੀ। ਉਹ ਹੁਣ ਮੰਤਰ ਸ਼ੰਤਰ ਦਾ ਕੋਈ ਦਿੰਦਾ ਨਹੀਂ ਸੀ। ਕਹਿੰਦਾ ਬੀਬੀ ਲਾਚੀਆਂ ਲਿਆਵੀਂ। ਉਹਨੇ ਲਾਚੀਆਂ ਦੇਤੀਆਂ ਤੇ ਉਹ ਲਾਚੀਆਂ ਲੈ ਕੇ ਉਹਨੇ ਕਰਨਾ ਕੀ ਸੀ, ਕੋਰ ਰੱਖੀਆਂ। ਉਹਨਾਂ ਨੇ ਦੇਖੀ ਗਿਆ, ਕਹਿੰਦਾ ਲੈ ਬੀਬੀ ਜਦ ਤੇਰੀ ਸੱਸ ਤੇਰਾ ਨਾ ਮੁਖਾਲਫਤ ਕਰੇ ਨਾ, ਥੋੜਾ ਬਾਲਾ ਉੱਚੀ ਬੋਲੇ, ਕੋਈ ਤੈਨੂੰ ਮਾੜਾ ਚੰਗਾ ਕਹੇ, ਤੂੰ ਲਾਚੀ ਨੂੰ ਦਬੋ ਦਬ ਦੱਬੀ ਜਾਣਾ, ਚੱਬੀ ਜਾਣਾ, ਤੂੰ ਕਹਿਣਾ ਕੁਝ ਨਹੀਂ। ਉਹ 2 ਦਿਨ ਲੰਘੇ, ਉਹ ਬੀਬੀ ਲਾਚੀ ਨੂੰ ਕਰੜ ਨੱਪੀ ਆਇਆ ਕਰੇ, ਕੋਰ ਰੱਖਿਆ ਕਰੇ। ਜਦੋਂ ਸੱਸ ਨਾ ਕਿਤੇ ਸੱਸ
ਕਰਿਆ ਕਰੇ ਤਕਰਾਰ। ਉਹ 2 ਨੰਗੇ ਹਫ਼ਤਾ ਕੋ ਲੰਘਿਆ, ਸੱਸ ਕਹਿੰਦੀ ਕੁੜੀਏ ਤੈਨੂੰ ਕੀ ਹੋ ਗਿਆ, ਮੈਂ ਤੈਨੂੰ ਇੰਨਾ ਟੌਰਚਰ ਕਰਦੀ ਆ, ਤੂੰ ਮੈਨੂੰ ਬੋਲਦੀ ਨਹੀਂ, ਕੁਝ ਕਹਿੰਦੀ ਨਹੀਂ। ਕਹਿ ਲੱਗੀ ਬਾਬੇ ਨੇ ਲਾਚੀਆਂ ਦਿੱਤੀਆਂ, ਇਹ ਤਾਂ ਉਹਨਾਂ ਦਾ ਹੀ ਬੀਬੀ ਪ੍ਰਭਾਵ ਹੈ, ਤੇਰਾ ਧੰਨਵਾਦ। ਕਹਿੰਦੀ ਮੈਨੂੰ ਵੀ ਲੈ ਚੱਲ। ਉਹਨੂੰ ਪੁੱਛਿਆ, ਉਹ ਕਹਿੰਦਾ ਧੀਏ ਕੋਈ ਲਾਚੀਆਂ ਲੂਚੀਆਂ ਤੇ ਨਹੀਂ ਸੀ, ਇਹ ਤਾਂ ਤੈਨੂੰ ਚੁੱਪ ਕਰਾਉਣ ਦਾ ਇੱਕ ਤਰੀਕਾ ਢੰਗ ਸੀ ਕਿ ਲੜਾਈ ਘਰ ਦੀ ਤਾਂ ਮੁੱਕਣੀ ਜੇ ਇੱਕ ਚੁੱਪ ਕਰ ਜਾਵੇਗਾ। ਸਾਡੀ ਵੀ ਪ੍ਰੋਬਲਮ ਇਹ ਆ ਕਿ ਸੱਸ ਬੜੀ ਦੁਖੀ ਕਰਦੀ, ਜੇਠ ਜਠਾਣੀ ਬੜਾ ਦੁਖੀ ਕਰਦਾ, ਘਰ ਵਾਲਾ ਆਉਂਦਾ ਬੁੜਬੁੜ ਕਰਦਾ, ਲਿਆ ਬਾਬਾ ਦੇਖ ਇੱਕ ਤਵੀਤ, ਮੈਂ ਕਰਾਂ ਇਹਦੀ ਬੋਲਤੀ ਬੰਦ। ਨਹੀਂ, ਬੋਲਤੀ ਬੰਦ ਨਾ ਕਰਿਆ ਕਰੋ, ਇੱਕ ਜਣਾ ਸਹਾਰ ਲਿਆ ਕਰੋ। ਇੱਕ ਜਣੇ ਨੂੰ ਨਿਮਰਤਾ ਵਿੱਚ ਰਹਿਣ ਨਾਲ, ਚੁੱਪ ਕਰਨ ਨਾਲ ਉਹਨਾਂ ਦਾ ਮਸਲਾ ਹੱਲ ਹੋ ਗਿਆ। ਤੇ ਸਾਡੀ ਜ਼ਿੰਦਗੀ ਦਾ ਵੀ ਐਉਂ ਆ, ਇਹ ਗੱਡੀ ਤਾਂ ਹੀ ਚੱਲਣੀ ਹੈ, ਸਫ਼ਰ ਤਾਂ ਹੀ ਨਿਭਣਾਇਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਔਰ ਮੰਤਰ ਵਾਹਿਗੁਰੂ ਦਾ ਜਪ ਅੰਦਰੋਂ ਹਉਮੈ ਚਲੀ ਜਾਏ, ਹਉਮੈ ਝੁਕਣਾ ਨਹੀਂ ਸਿਖਾਉਂਦੀ। ਇਹ ਕਹਿੰਦੀ ਦੂਜਾ ਛੋਟਾ, ਮਹਾਰਾਜ ਨੇ ਕਿਹਾ ਨਿਰਮਾਨਤਾ ਵਿੱਚ ਆ, ਨਿਮਣਾ ਸਿੱਖ, ਤੇਰੇ ਤੇ ਕਿਰਪਾ ਹੋ ਜਾਵੇਗੀ, ਜੀਵਨ ਵੀ ਸੁਖੀ ਵਸੇਗਾ। ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਦੇ ਨੇ। ਸਜਣਾ ਜਦੋਂ ਔਰ ਇਹ ਮੰਤਰ ਨੂੰ ਤੂੰ ਜਪਿਆ, ਇਹ 3 ਭੈਣੇ ਵੇਸ ਕਰ, 3 ਵੇਸ, ਇੱਕ ਨਿਮਰਤਾ ਵਿੱਚ, ਇੱਕ ਫਿੱਕਾ ਕੂੜੇ ਬਚਨ, ਕੜਵੇ ਨਹੀਂ ਬੋਲਣੇ, ਪ੍ਰੇਮ ਦੇ ਬਚਨ, ਪਰਿਵਾਰ ਨਾਲ ਵੀ ਔਰ ਸੰਸਾਰ ਨਾਲ ਵੀ, ਪਤੀ ਨਾਲ ਵੀ, ਪਰਮਾਤਮਾ ਨਾਲ ਵੀ। ਪਰਮਾਤਮਾ ਕਿਹਦੇ ਵਸ ਵਿੱਚ ਹੁੰਦਾ ਹੈ? ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਯਾਦ ਰੱਖਿਓ, ਜੇ ਪ੍ਰੇਮ ਨਾਲ ਪਰਮਾਤਮਾ ਵਸ ਵਿੱਚ ਹੁੰਦਾ ਹੈ ਤੇ ਪਤੀ ਜਿਹੜਾ ਕਿਹੜੇ ਬਾਗ ਦੀ ਮੂਲੀ ਆ। ਜੇ ਹਿਰਦੇ 'ਚ ਪ੍ਰੇਮ ਆ ਗਿਆ ਤਾਂ ਪਰਮਾਤਮਾ ਹਿਰਦੇ ਵਿੱਚ ਆ ਗਿਆ। ਜੋ ਕੁਝ ਪ੍ਰੇਮ ਨਾਲ ਪਾਇਆ ਜਾ ਸਕਦਾ, ਪ੍ਰੇਮ ਨਾਲ ਨਜ਼ਦੀਕੀਆਂ ਨੇ, ਕੜਵਾਹਟ ਨਾਲ ਦੂਰੀਆਂ ਨੇ, ਬੇਰਸੀ ਬੇਅਥਪਾਕੀ ਆ। ਖੈਰ ਮੈਂ ਸੰਖੇਪ ਚ ਬਿਆਨ ਕਰਾਂ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ 3 ਵੇਸ ਕਰ, ਤੇਰੀ ਜ਼ਬਾਨ ਤੋਂ ਫਿੱਕਾ ਬੋਲ ਨਾ ਆਵੇ। ਜਿਹੜਾ ਤੇਰੇ ਮਾਲਕ ਨੂੰ ਬੋਲ ਚੰਗਾ ਨਹੀਂ ਲੱਗਦਾ ਉਹ ਨਾ ਬੋਲਿਆ ਕਰ, ਪਤੀ ਨੂੰ ਵੀ ਤੇ ਪਰਮਾਤਮਾ ਨੂੰ ਵੀ। ਜਿਹੜੇ ਬੋਲ ਨਹੀਂ ਨਾ ਊਲ ਜਲੂਲ ਚੰਗੇ ਲੱਗਦੇ ਉਹ ਨਾ ਬੋਲਿਆ ਕਰੋ। ਰੱਬ ਤੋਂ ਦੂਰੀ ਬਣਦੀ ਜੇ, ਰੱਬ ਨਾਲ ਨਜ਼ਦੀਕੀ ਬਣਨੀ ਹੈ। ਵਾਹਿਗੁਰੂ ਦੇ ਗੁਣ ਗਾਵੋ, ਵਾਹਿਗੁਰੂ ਦੀ ਉਸਤਤੀ ਕਰੋ। ਮਾਲਕ ਤੁਹਾਡੇ ਕੋਲ ਆਪ ਆਵੇਗਾ, ਤੁਹਾਡੇ ਕੋਲ ਜਾਣ ਦੀ ਲੋੜ ਨਹੀਂ, ਤੁਹਾਡੇ ਤੇ ਉਹਦਾ ਧਿਆਨ ਰਹੇਗਾ। ਧਾਰਨਾ ਮਹਾਤਮਾ ਕਈ ਵਾਰ ਪੜ੍ਹਦੇ ਹੁੰਦੇ ਆ ਨਾ, ਸੰਤਾਂ ਨੇ ਰੱਬ ਵਸ ਕੀਤਾ ਪਾ ਕੇ ਪ੍ਰੇਮ ਦੀਆਂ ਡੋਰਾਂ। ਉਹ ਪ੍ਰੇਮ ਦੀ ਡੋਰ ਹੈ, ਉਹਦੇ ਨਾਲ ਰੱਬ ਵਸ ਵਿੱਚ। ਕੋਈ ਆ ਤਾਗੇ ਤਵੀਤਾਂ ਨਾਲ ਰੱਬ ਵਸ ਨਹੀਂ ਜੇ ਹੁੰਦਾ, ਨਾ ਪਤੀ ਵਸ ਹੋਵੇ, ਘਰ ਦਾ ਉਜਾੜਾ ਹੈ, ਜਿੰਨਾ ਮਰਜ਼ੀ ਕੀਤੀ ਜਾਈਏ। ਖੈਰ ਮਹਾਰਾਜ ਸਾਹਿਬ ਕਹਿੰਦੇ ਆ ਇਹ 3 ਭੈਣੇ ਵੇਸ ਕਰ ਤਾਂ ਬਸ ਆਵੀ ਕੰਤ, ਔਰ ਇਹ ਫਿਰ ਪਤੀ ਵਸ ਆਵੇਗਾ, ਫਿਰ ਪਰਮਾਤਮਾ ਵਸ ਆਵੇਗਾ। ਇਹ 3 ਵੇਸ ਧਾਰਨ ਕਰ ਲਾ, 3 ਗੁਣ ਬਚੀਏ ਧੀਏ, ਔਰ ਪਰਿਵਾਰ ਨੂੰ ਚਲਾਉਣ ਵਾਲੀ ਬੀਬੀਏ ਇਹ 3 ਗੁਣ ਤੇ ਧਿਆਨ ਨਾਲ ਧਾਰਨ ਕਰ। ਹੇ ਜੀਵ ਰੂਪ ਇਸਤਰੀਏ 3 ਗੁਣ ਧਾਰਨ ਕਰ, ਤੈਨੂੰ ਰੱਬ ਮਿਲੇਗਾ, ਤੈਨੂੰ ਪਰਮਾਤਮਾ ਮਿਲੇਗਾ। ਮਹਾਰਾਜ ਸਾਹਿਬ ਕਹਿੰਦੇ ਇੱਕ ਯਾਦ ਰੱਖੀ, ਮਤ ਹੁੰਦੀ ਹੋਏ ਇਆਣਾ, ਤੇਰੇ ਕੋਲ ਅਕਲ ਬਹੁਤ ਏ, ਆਪਣੇ ਮਾਲਕ ਅੱਗੇ ਨਾ ਜਨਾਵੀਂ। ਮੈਂ ਦੇਖਿਆ ਕਈ ਵਾਰ ਮਹਾਤਮਾ ਕੋਲ ਜਾਈਏ, ਗੁਰੂ ਕੋਲ ਆਈਏ, ਆਪਣੀ ਅਕਲ ਦਾ ਇਸਤੇਮਾਲ ਅਸੀਂ ਕਰਨੀ ਨਹੀਂ ਜੀ, ਐ ਨਹੀਂ, ਐ ਵੀ ਹੋ ਸਕਦਾ। ਬਾਬਾ ਮਲਕੀਤ ਸਿੰਘ ਦੇ ਕੋਲ ਮੈਂ ਬੈਠਾ ਤੇ ਉਹਨਾਂ ਦੇ ਕੋਲ ਇੱਕ ਬੀਬੀ ਆ ਗਈ, ਬਾਬਾ ਜੀ ਬੱਚਾ ਨਹੀਂ ਬੋਲਦਾ, ਬੱਚਾ ਨਹੀਂ ਕਰਦਾ, ਉਹ ਨਹੀਂ ਕਰਦਾ, ਬਹੁਤ ਡਾਕਟਰਾਂ ਨੂੰ ਦਿਖਾ ਲਿਆ ਹੈ, ਬਹੁਤ ਮੱਥਾ ਮਾਰੀ ਕਰ ਲਈਏ, ਤੁਸੀਂ ਅਰਦਾਸ ਕਰੋ। ਉਹ 2 ਖਿੰਨ ਚੁੱਪ ਰਹਿ ਤੇ ਚੁੱਪ ਕਰਕੇ ਕਹਿੰਦੇ ਬੀਬੀ ਇਹ ਨਹੀਂ ਬੋਲਦਾ ਹੈ। ਨਹੀਂ, ਕਹਿਣ ਲੱਗੇ ਇਹਨੂੰ 5 ਕੁ ਬਦਾਮਾਂ ਦੀਆਂ ਗਿਰੀਆਂ ਨਾ 2 ਮਹੀਨੇ ਖਵਾਇਆ ਕਰ, ਰਗੜ ਕੇ ਭਿਉਂ ਕੇ, ਤੇ ਮਹਾਰਾਜ ਕਿਰਪਾ ਕਰੂ, ਮਹਾਰਾਜ ਦੀ ਕਿਰਪਾ ਹੋਈ ਇਹ ਬੋਲਣ ਲੱਗ ਜਾਏਗਾ। ਕਹਿੰਦੀ ਬਾਬਾ ਜੀ ਬਹੁਤ ਮੱਥਾ ਮਾਰਿਆ, ਬਹੁਤ ਖਵਾਈਆਂ ਦਵਾਈਆਂ, ਇਹਨੂੰ ਬਹੁਤ ਖਵਾਈਆਂ ਗਿਰੀਆਂ, ਇਹ ਨਹੀਂ ਜੇ ਬੋਲਦਾ। ਕਹਿੰਦਾ ਬੀਬੀ ਜਿਵੇਂ ਤੂੰ ਬੁਲਾਉਣਾ ਨਾ, ਤੂੰ ਬੁਲਾ ਲਾ, ਆਉਣਾ ਜਾਂ ਤੂੰ ਬੁਲਾ ਲਾ। ਜਦੋਂ ਬਾਹਰ ਆਈ ਮੈਨੂੰ ਆਖਿਆ ਬੀਬੀ ਇਹ ਸਾਧੂ ਨੇ ਤੈਨੂੰ ਗਿਰੀਆਂ ਤਾਂ ਵਿਚਾਲੇ ਲਿਆਂਦੀਆਂ ਸੀ, ਉਹਨੇ ਕਿਹਾ ਸੀ ਗੁਰੂ ਕਿਰਪਾ ਕਰੇਗਾ, ਗੁਰੂ ਨੇ ਉਹਦੇ ਬੋਲਾਂ ਤੇ ਭਰੋਸਾ ਕਰਕੇ ਕਿਰਪਾ ਕਰ ਦੇਣੀ ਸੀ, ਹੁਣ ਨਹੀਂ ਹੋਣਾ, ਤੂੰ ਜਾ। ਕਈ ਵਾਰ ਆਪਣੀ ਅਕਲ ਹੋਵੇ, ਅਕਲ ਦਾ ਇਸਤੇਮਾਲ ਗੁਰੂ ਕੋਲ ਸਾਧੂ ਕੋਲ ਕਦੇ ਨਾ ਕਰੋ।
ਅਸੀਂ ਆਪਣੀ ਅਕਲ, ਇਤਿਹਾਸ ਅੰਦਰ ਵੀ ਆਇਆ ਕਈ ਬੰਦੇ ਆਪਣੀ ਅਕਲ ਦਾ ਇਸਤੇਮਾਲ ਕੀਤਾ, ਉਹ ਅੱਗੇ ਨਹੀਂ ਵਧੇ, ਖਤਮ ਹੋ ਗਏ। ਗੁਰੂ ਕੋਲ ਮਤ ਤਿਆਗ ਕੇ ਆ, ਮਤ ਹੁੰਦੀ ਹੋਏ ਇਹ ਆਣਾ ਅਣਜਾਣ, ਮੈਨੂੰ ਕੋਈ ਸਮਝ ਨਹੀਂ, ਕੋਈ ਰਸਤੇ ਦਾ ਪਤਾ ਨਹੀਂ, ਕੋਈ ਗਿਆਨ ਨਹੀਂ, ਮੈਨੂੰ ਤੁਸੀਂ ਕਿਰਪਾ ਕਰੋ। ਮਹਾਰਾਜ ਸਾਹਿਬ ਕਹਿੰਦੇ ਤਾਣ ਹੁੰਦੇ ਹੋਏ ਨੇ ਤਾਣਾ, ਤਾਕਤ ਬੜੀ ਆ, ਤਾਕਤ ਦਾ ਇਸਤੇਮਾਲ ਗੁਰੂ ਲਈ ਨਹੀਂ, ਗੁਰੂ ਦੀ ਤਾਕਤ ਆ। ਜਿੱਥੇ ਮੇਰਾ ਗੁਰੂ ਕਿਰਪਾ ਕਰੇ, ਭਾਈ ਮਤੀ ਦਾਸ ਜੀ ਨੂੰ ਕਿਹਾ ਸੀ ਨਾ, ਤੂੰ ਔਰ ਰਾਤ ਕਹਿਣਾ ਤਾਂ ਮੈਂ ਦਿੱਲੀ ਤੇ ਲਾਹੌਰ ਦੀ ਇੰਟਰਨੈਟ ਖੜਕਾ ਦਿਆਂ, ਦਿਖਾ। ਉਹਨੇ ਕਿਹਾ ਸੱਜਣਾ ਤਾਕਤ ਸੀ, ਤਾਕਤ ਹੈ, ਤਾਕਤ ਰਹੇਗੀ, ਪਰ ਹੈ ਮੇਰੇ ਗੁਰੂ ਦੀ। ਜੇ ਗੁਰੂ ਕਿਰਪਾ ਕਰ ਦਿੰਦਾ ਮੈਂ ਤੈਨੂੰ ਸਾਰੇ ਨਜ਼ਾਰੇ ਵਿਖਾ ਦਿੰਦਾ। ਹੁਣ ਮੇਰੇ ਗੁਰੂ ਦਾ ਹੁਕਮ ਨਾ ਵੇਚੇ, ਹੁਣ ਇਹ ਨਹੀਂ ਦਿਖਾਈ ਜਾਣੀ, ਤਾਕਤ ਉਹਦੀ ਏ। ਤਾਣ ਤਾਕਤ ਹੈ ਗੁਰੂ ਦੀ। ਇਹ ਨਾ ਹੋਵੇ ਆਪਣੀ ਤਾਕਤ ਦੇ ਨਾਲ ਲੋਕਾਂ ਨੂੰ ਦੁਖੀ ਕਰਨ ਲੱਗ ਪਏ, ਗੁਆਂਢੀਆਂ ਨੂੰ ਕਹੇ ਮੈਂ ਤੁਹਾਨੂੰ ਆਹ ਕਰ ਦੂੰ, ਉਹ ਕਰ ਦੂੰ, ਘਰ ਦੇ ਪਰਿਵਾਰ ਨੂੰ ਔਰ ਮਾਂ ਬਾਪ ਨੇ ਬੱਚਿਆਂ ਨੂੰ ਚੰਗੀ ਖੁਰਾਕ ਦੇ ਦੇ ਕੇ ਆ ਜਿਮ ਸ਼ਿਮ ਚ ਭੇਜ ਕੇ ਚੰਗਾ ਸਰੀਰ ਬਣਾਇਆ, ਤੇ ਕਹਿੰਦੇ ਬਾਪ ਮਾਂ ਉੱਚੀ ਬੋਲੇ ਨੇ ਫੜ ਕੇ ਗਲਮੇ ਤੋਂ ਕੰਧ ਨਾਲ ਮਾਰਿਆ। ਲੈ ਮੈਂ ਤੈਨੂੰ ਦੱਸਦਾ ਪਹਿਲਾਂ, ਪਹਿਲਵਾਨੀ ਇਹ ਸਵਾਦ ਹੀ ਪਹਿਲਵਾਨੀ ਹੈ। ਬਾਪ ਨੂੰ ਤਾਕਤ ਵਿਖਾਉਣ ਲਈ ਏ ਕਿ ਮਾਂ ਦੇ ਗਲਮੇ 'ਚ ਹੱਥ ਪਾਉਣ ਲਈ ਏ? ਨਹੀਂ ਗੁਰਮਖੋ, ਤਾਕਤ ਹੈ, ਇਹਦਾ ਗਲਤ ਇਸਤੇਮਾਲ ਨਾ ਹੋਵੇ। ਤਾਕਤ ਤੇਰੀ। ਮਹਾਰਾਜ ਨੇ ਤਾਕਤ ਦੋ ਪ੍ਰਕਾਰ ਦੀ, ਇੱਕ ਤਨ ਦੀ ਏ, ਇੱਕ ਰਾਜਸੀ ਏ, ਇੱਕ ਬ੍ਰਹਮ ਦੀ ਏ, ਜਿਹਨੂੰ ਆਪਾਂ ਸ਼ਕਤੀ ਕਹਿੰਦੇ। ਉਹ ਬ੍ਰਹਮ ਦੀ, ਬੋਲਾਂ ਦੀ। ਇੱਕ ਬੋਲ ਕਹਿਤਾ ਤੇ ਪਤਾ ਨਹੀਂ ਕੀ, ਉਹ ਇਹਨਾਂ ਵਿੱਚ ਨਿਤਾਣਾ ਹੋ ਕੇ ਰਹਿੰਦਾ ਤਿੰਨਾਂ ਥਾਵਾਂ ਤੇ। ਰੱਬ ਦੀ ਤਾਕਤ, ਰਾਜ ਸਤਾ ਦਿੱਤੀ, ਰਾਜ ਸ਼ਕਤੀ ਦਿੱਤੀ, ਇਹਦਾ ਗਲਤ ਇਸਤੇਮਾਲ ਨਾ ਹੋਵੇ। ਪਰਮਾਤਮਾ ਨੇ ਤਨ ਦੀ ਤਾਕਤ ਦਿੱਤੀ, ਇਹਦਾ ਗਲਤ ਇਸਤੇਮਾਲ ਨਾ ਹੋਵੇ। ਰੱਬ ਨੇ ਮੈਨੂੰ ਉਹ ਸ਼ਕਤੀ, ਉਹ ਤਾਕਤ ਦੇ ਦਿੱਤੀ, ਮੈਂ ਇੱਕ ਬੋਲ ਦੇ ਨਾਲ ਸਭ ਕੁਝ ਹੋ ਸਕਦਾ ਹੈ, ਪਰ ਕਿਤੇ ਮੇਰੇ ਤੋਂ ਬੋਲ ਅਜ਼ਾਈ ਬੋਲਿਆ ਨਾ ਜਾਵੇ, ਕਿਸੇ ਤੋਂ ਦੁੱਖ ਦੇਣ ਵਾਲਾ ਮੇਰੇ ਗੁਰੂ ਦਾ ਹੁਕਮ ਨਹੀਂ ਹੈ, ਗੁਰੂ ਦੀ ਤਾਕਤ ਹੈ। ਤਾਣ ਹੁੰਦੇ ਹੋਏ ਨੇਤਾਣਾ, ਤਾਕਤ ਹੈ, ਨੇਤਾਣਾ ਬਣ ਕੇ ਜੀਵੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਣਹੋਂਦੇ ਆਪ ਮੰਡਾਏ, ਅਣਹੋਂਦੇ ਤੇਰੇ ਕੋਲ ਅਣਹੋਂਦੇ ਕੋਈ ਚੀਜ਼ ਨਹੀਂ। ਤੁਛ ਜਿਹਾ ਤੇਰੇ ਕੋਲ ਵਸਤੂ ਹੈ, ਮੰਨ ਲਓ ਕਿ 3-4 ਰੋਟੀਆਂ ਹੀ ਨੇ ਤੇਰੇ ਕੋਲ, ਤੇ ਤੇਰੇ ਕੋਲ ਹੋਰ ਤੈਨੂੰ ਪਤਾ ਵੀ ਰੋਟੀ ਹੈ ਵੀ ਕੋਈ ਨਹੀਂ, ਪਰ ਇੱਕ ਗਰੀਬ ਭੁੱਖਾ ਤੁਰਦਾ ਫਿਰਦਾ ਹੈ, ਉਹਨੂੰ ਕਹਿ ਭਰਾਵਾ ਜੇ 4 ਪ੍ਰਸ਼ਾਦੇ ਲੈ, ਇੱਕ ਤਾਂ ਤੂੰ ਛਕ ਲਾ ਨਾ, ਵੰਡ ਕੇ ਛਕ, ਉਹਨੂੰ ਦੇ ਕੇ ਛਕ, ਵੰਡ ਕੇ ਖਾ। ਇਹ ਪ੍ਰਥਾ ਨੂੰ ਅਣਹੋਂਦ ਦੇ ਵਿੱਚ ਵੀ ਕਾਇਮ ਰੱਖ। ਗੁਰੂ ਤੇਰੇ ਤੇ ਪ੍ਰਸੰਨ ਐਉਂ ਹੋਣਾ ਏ, ਉਹ ਐਸਾ ਭਗਤ ਸਦਾਏ, ਕੋਈ ਇਹੋ ਜੀ ਭਗਤੀ ਕਰੇ, ਇਹੋ ਜੀ ਰਹਿਮਤ ਹੋਵੇ, ਇਹੋ ਜੀ ਕਰਨੀ ਹੋਵੇ, ਫਿਰ ਮੇਰਾ ਗੁਰੂ ਕਿਰਪਾ ਕਰ ਦਿੰਦਾ ਏ। ਔਰ ਪਿਆਰਿਓ, ਬਾਬਾ ਨਿਧਾਨ ਸਿੰਘ ਦੀ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਗੀਸਾ ਮੇਰਾ, ਤੇ ਬਾਬਾ ਨਿਧਾਨ ਸਿਆ ਅੱਜ ਤੋਂ ਹੱਥ ਤੇਰਾ, ਜਿੰਨਾ ਮਰਜ਼ੀ ਵਰਤ ਤੇ ਅੱਗੇ ਵਰਤਾ ਹੀ ਜਾ। ਜਿਹੜਾ ਅਣਹੋਂਦੇ ਆਹ ਵੰਡਾਏ, ਵੰਡ ਕੇ ਛਕਣ ਵਾਲਾ। ਖੈਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੋਈ ਐਸਾ ਹੀ ਭਗਤੀ ਕਰੇ, ਇੱਕ ਫਿੱਕਾ ਨਾ ਗੱਲ ਆਏ। ਇੱਕ ਗੱਲ ਯਾਦ ਰੱਖੀ, ਆਪਣੀ ਜ਼ਬਾਨ ਤੋਂ ਫਿੱਕਾ ਨਾ ਬੋਲੀ। ਮਹਾਰਾਜ ਗੁਰੂ ਨਾਨਕ ਸਾਹਿਬ ਦੇ ਬਚਨੇ ਨਾ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਐ, ਫਿੱਕੇ ਫਿੱਕੀ ਸੋਏ, ਫਿੱਕਾ ਦਰਗਹਿ ਸੁੱਟੀਐ ਮੋਏ, ਥੁੱਕਾਂ ਫਿੱਕੇ ਪਾਏ, ਫਿੱਕਾ ਮੂਰਖ ਆਖੀਏ ਪਾਣਾ ਲਏ ਸਜਾਏ। ਮਹਾਰਾਜ ਸਾਹਿਬ ਕਹਿੰਦੇ ਉਹਨੂੰ ਜੁੱਤੀਆਂ ਦੀ ਸਜ਼ਾ ਮਿਲਦੀ ਏ, ਫਿੱਕਾ ਬੋਲਣ ਵਾਲਾ, ਤੇਰੇ ਜ਼ਬਾਨ ਤੋਂ ਮਾੜਾ ਬੋਲਣਾ ਬੋਲੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਤ ਮੁਖ ਸਦਾ ਸਲਾਈਐ, ਭਾਗਾਂ ਰਾਤੀ 4 ਨਾਨਕ ਤੇ ਮੁਖ ਉਜਲੇ। ਫਿਰ ਕੀਤੀ ਛੁੱਟੀ ਨਾਲ ਹੋ ਜਾਂਦੀ ਏ ਉਹ ਮੁਖ ਉਜਲ, ਪਵਿੱਤਰ ਹੁੰਦੇ ਜਿਹੜੇ ਮੁਖ ਨਾਲ ਪ੍ਰਭੂ ਨੂੰ ਸਲਾਉਂਦੇ, ਜਪਦੇ। ਫਿੱਕਾ ਨਾ ਬੋਲੀ, ਫਿੱਕਾ ਤਨ ਵੀ ਹੋ ਜਾਏਗਾ, ਮਨ ਵੀ ਹੋ ਜਾਏਗਾ, ਫਿੱਕੇ ਪਰਮਾਤਮਾ ਨੂੰ ਨਹੀਂ ਭਾਉਂਦੇ। ਮਹਾਰਾਜ ਕਹਿੰਦੇ ਇੱਕ ਫਿੱਕਾ ਨਾ ਗਾ ਲਾਏ, ਬੋਲ ਨਾ ਕਦੇ ਬੋਲੀ। ਮਹਾਰਾਜ ਕਹਿੰਦੇ ਆ ਸਭਨਾ ਮੈਂ ਸੱਚਾ ਧਨੀ। ਸੰਸਾਰ ਵਿੱਚ ਵੇਖਣਾ ਹੀ, ਸਾਰਿਆਂ ਦੇ ਵਿੱਚ ਸੱਚੇ ਧਨੀ ਮੈਂ ਨਾ ਮਾਲਕ ਹੁੰਦਾ, ਰੱਬ ਨੂੰ ਵੇਖੀ। ਸਾਰਿਆਂ ਦੇ ਵਿੱਚ ਘੱਟ ਘੱਟ ਮੈਂ ਹਰਜੂ ਬਸੈ। ਅਸੀਂ ਮੈਂ ਵੀ ਕਹਿਤਾ, ਤੁਸੀਂ ਵੀ ਕਹਿਤਾ, ਜਦੋਂ ਮਾੜਾ ਜੀ ਕਿਤੇ ਕ੍ਰੋਧ ਦਾ ਆਪਣਾ ਹੱਲਾ ਕਰਦਾ ਹੈ ਨਾ,
फिर असी तो संत नूं साधु नूं सिख नूं फिर उहदी ओह करदे आ जिहड़ी आम बंदा नहीं करदा। महाराज किरपा करे। महाराज कहंदे ओ सारियां च वसदा ई, हियाओ ना कही ठाहे। महाराज कहंदे हियाओ हिरदे दे अंदर कही ठाहे, किदे भी तेरे अंदर इन्हां दुर्बचनां नूं ठार ना होवे, टिकाणा ना मिले। और सच्चे पातशाह कहंदे जे तेरे हिरदे विच दुर्बचन हुए ना अवगन, ते हियाहू ना कही ठाहे। हिरदे दे विच तेरे इन्हां बचनां नूं शुभ नूं जे जगह नहीं, तेनू रब दे कोल जगह नहीं मिलनी ठहरन वास्ते, टिकन वास्ते। मानक सब अमूल वै, सारियां दे अंदर अमोलक परमात्मा ते सारियां दे हिरदियां अंदर शुभ गुण ने। सबना मन मानक ठान मूल मचागवा, सारियां दे मन अंदर शुभ गुण ने, मानक ने, हीरे मोती ने। महाराज साहब सच्चे पातशाह कहंदे ठान ठकराउणा, ਉਹਨੂੰ ਤੋੜਨਾ, मूल ये मुढ़ तो ही सोच ना रख अपने अंदर कि मैं किसी दी गल नूं, किसी दे मन नूं दुख पहुंचाउणा है। मचागवा ये सच नूं हिरदे विच टका धर। ते डॉक्टर मुहम्मद अकबाल जी कहंदे ने, कह लगे मंदिर ढा दे, मस्जिद ढा दे जो कुछ ढैंदा, मतां दिल किसी दा ढाई, दिली खुदाए है रहिंदा। दिलों विच हिरदियां विच तनां विच रब रहिंदा है। रब नूं देख, इन्हां नूं ना ढा, इन्हां नूं ना दुखा, दुनिया नूं दुख ना दे। जे तो प्रिया दी सिख, खीरलियां तुकां विच बाबा फरीद साहब कहंदे जे तो प्रिया दी सिख साहब कहंदे, जे तेनू अपने प्रिया प्यारे प्रभु दी सिख उडीक है ना, इच्छा है कि मैनू मिले, हियाहो ना ठाहे कही दा। महाराज साहब कहंदे हिरदे दे अंदर और कदे भी इन्हां अवगुणां नूं थां ना होवे। रब दी इच्छा रखण वालिया, कुल कायनात विच रब ही, वो रब नूं देख, रब नाल जुड़, तेरा आया सफला होना है। इत्थे बाबा फरीद साहब महाराज दे सलोकां दी संपूर्णता हुई है। अगे भट्टां दे सवाईए ने, भट्टां दे सवाईयां दी विचार आपां कुछ समा ठहर के करनी है। कल तो सतगुरु किरपा करे, संगत ने जिस तरह हुक्म किया है कि गुरु गोबिंद सिंह महाराज का आगमन पुरब आ रहा है, इतिहास की कथा आप अमृत वेले संगतां कोल समा हुंदा है, शाम नूं संगत इन्नी इकट्ठी नहीं हुंदी। इतिहास की कथा जतने गुरु गोबिंद सिंह साहब आप विच वरतन। तुसी सारी संगत किरपा करिया जे, आपां आनंदपुर दी पुरी तो इतिहास नूं रंभांगे। सरसा दा किनारा, चमकौर दी जंग और प्यारिओ और कोटला निहंग खां, फिर माछीवाड़ा और सरहंद, ये सारे साके किवें महाराज इधर नूं आउंदे ने। वो जिन्नी क बुद्ध सतगुरु ने आप संगत ने बख्शी और आप संगत के हुक्म अनुसार उहदे मुतलक पढ़ पढ़ा के इतिहास आप दे समक्ष रखा जाएगा। आप संगत वध तो वध पहुँच के यतन करिया जे कि ये इतिहास की सानू जानकारी मिल सके। आनंदां दी पुरी नूं किवें छड्डिया, किवें आए ने, वो इतिहास नूं वाचन का यतन करांगे। बेअंत भुल्लां दी खिमा, सतगुरु के बचन जान, गुरु की संगत हिरदियां च वसावने। अरदास अंदर शामिल होइए। वाहिगुरु जी का खालसा, वाहिगुरु जी की फतेह।